देश दुनिया च वसते पंजाबियों को जी आया। मैं हरजिंदर सिंह रंधावा, तुसीं देख रहे हो पंजाब टैलीविजन और मेरे नाल ने सरदार नरिंदरपाल सिंह। सरदार साहब, पावन सरूपों के मामले च अजे बहस रुकी नहीं। बिल्कुल। श्रोमणी गुरुद्वारा प्रबंधक कमेटी वालों भावें दूजी बार अपनी अंतरिम कमेटी च फैसला ले लिया गया कि असीं पुलिस केस नहीं देना, असीं समर्थ हैं अपने किसी भी फैसले नूं लागू करन दे, किसी भी तरह की जांच लई। लेकिन इस बहस का अगे तो अगे वधदा जाना सो साडे लई भी ये बड़ा जरूरी है कि असीं जिहड़ी 10 सफ़ियां दी रिपोर्ट इंटरनेट ते उपलब्ध है उहदे ते चर्चा करिए। दोस्तों, साडे कोल 10 सफ़े दी वो रिपोर्ट एक दिन पहलां तो उपलब्ध सी जदों श्रोमणी कमेटी उहनूं पब्लिश करदी है अपनी वैबसाइट ते, लेकिन असीं इस आहर च सीगे कि सानूं वो 1000 सफ़े दी जिहड़ी रिपोर्ट आ जे वो मिल जाए, घट्टो घट्ट असीं उहदियां बरीकियां तक पहुंच सकीए। भावें सानूं उहदे लई 5-7 घंटे लाउणे पैंदे, पूरा दिन लाउणा पैंदा, लेकिन असीं कोशिश करके भी वो प्राप्त नहीं कर सके। तो फिर असीं सोचिया कि क्यों ना जो इस पड़ताल का निचोड़ है ਉਹਦੇ ਉੱਤੇ ਕੁਝ ਚਿਰ ਲਈ ਗੱਲ ਕੀਤੀ ਜਾਵੇ। ਬੁਨਿਆਦੀ ਸਵਾਲ ਜਿਹੜੇ ਉਹਦੇ ਚੋਂ ਨਿੱਤਰ ਕੇ ਸਾਹਮਣੇ ਆਉਂਦੇ ਆ, ਇੱਕ ਤਾਂ ਸਰਦਾਰ ਸਾਹਿਬ ਮੈਂ ਮਹਿਸੂਸ ਕਰਦਾ ਮੈਂ ਇਹ ਤੋਂ ਜ਼ਿਆਦਾ ਡਿਟੇਲ ਤੁਹਾਡੇ ਕੋਲੋਂ ਲਵਾਂ। ਸਭ ਤੋਂ ਪਹਿਲਾਂ ਮੈਨੂੰ ਜਿਹੜਾ ਸਭ ਤੋਂ ਅਖੜਦਾ ਹੈ ਉਹ ਇਹ ਆ ਕਿ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਗੁਰੂ ਮਹਾਰਾਜ ਦੇ ਸਰੂਪ ਛਾਪਣ ਦਾ ਫੈਸਲਾ ਲੈਂਦੀ ਆ ਉਦੋਂ ਕੋਈ ਨਿਰਧਾਰਤ ਕੀਤੀ ਹੁੰਦੀ ਹੈ ਗਿਣਤੀ, ਹਰ ਮਹੀਨੇ 'ਚ ਕਿੰਨੇ ਛਾਪੇ ਜਾਣੇ, ਹਰ ਇੱਕ ਸਾਲ 'ਚ ਕਿੰਨੇ ਛਾਪੇ ਜਾਣੇ ਆ ਸਰੂਪ, ਜਾਂ ਫਿਰ ਕਿਸੇ ਮੰਗ ਦੇ ਆਧਾਰ ਤੇ ਫੈਸਲਾ ਹੁੰਦਾ ਹੋਊਗਾ ਕਿ ਇੰਨੇ ਸਰੂਪ ਛਾਪ ਦਿੱਤੇ ਜਾਣ, ਜਾਂ ਨਿਰੰਤਰ ਇਹ ਛਪਾਈ ਹੁੰਦੀ ਰਹਿੰਦੀ ਆ। ਦੂਜਾ ਸਵਾਲ ਇਹ ਆ ਕਿ ਕੀ ਜਦੋਂ ਸਰੂਪ ਅਸੀਂ ਨਿਰਧਾਰਤ ਗਿਣਤੀ 'ਚ ਛਾਪਦੇ ਆ, ਅਸੀਂ ਜੋ ਸਮਾਨ ਖਰੀਦਦੇ ਆ ਉਹਦੇ ਲਈ ਜੋ ਰਾ ਮਟੀਰੀਅਲ ਹੈ, ਭਾਵੇਂ ਉਹ ਪੇਪਰ ਹੈ ਜਾਂ ਬਾਕੀ ਹੈ, ਉਸ ਤੋਂ ਬਾਅਦ ਜੇਕਰ ਉਹਦੀ ਗਿਣਤੀ ਸੱਚਮੁੱਚ ਹੀ ਨਿਰਧਾਰਤ ਜੋ ਖਰੀਦਿਆ ਗਿਆ ਉਹੀ ਬਣਨਾ, ਕੁਝ ਜਿਹੜੀ ਵੇਸਟੇਜ ਤੋਂ ਵੀ ਅਸੀਂ 2% ਜਾਂ 3% ਤੱਕ ਮਤਾ ਦੇਖਦੇ ਸੀ। ਲੇਕਿਨ ਤੀਜੀ ਗੱਲ ਕਿ ਜੇਕਰ 2018 ਦੇ ਵਿੱਚ ਕੋਈ ਕਰਮਚਾਰੀ ਪੌਣੇ 10 ਲੱਖ ਰੁਪਏ ਤੋਂ ਜ਼ਿਆਦਾ ਦੀ ਅਮਾਉਂਟ ਜਮ੍ਹਾਂ ਕਰਾ ਰਿਹਾ ਕਿਸੇ ਜਾਂਚ ਤੋਂ ਬਾਅਦ ਕਿ ਉਹਨੇ ਸਰੂਪ ਬਾਹਰ ਵੇਚ ਦਿੱਤੇ, ਫਿਰ ਪ੍ਰਬੰਧਕੀ ਨੁਕਤਾ ਨਿਗਾਹ ਤੋਂ ਜਿਹੜੇ ਵੱਡੇ ਵੱਡੇ ਅਧਿਕਾਰੀ ਸੀ ਜਿਹੜੇ ਅੱਛੇ ਸੈਲਰੀ ਲੈ ਰਹੇ, ਮੇਰਾ ਖਿਆਲ ਹੁਣ ਤਾਂ ਸ਼੍ਰੋਮਣੀ ਕਮੇਟੀ ਦੇ ਵੱਡੇ ਅਧਿਕਾਰੀਆਂ ਦੀ ਤਨਖਾਹ ਪੈਕੇਜ ਵੀ ਜਿਹੜੀਆਂ ਨਿੱਜੀ ਕੰਪਨੀਆਂ ਉਹਨਾਂ ਦੇ ਵਰਗਾ ਹੀ ਆ, 1.5 ਲੱਖ ਤੱਕ ਪਹੁੰਚੇ ਨੇ। ਔਰ ਮੈਨੂੰ ਇਹ ਹੈਰਾਨੀ ਹੋਈ ਆ ਕਿ ਪਹਿਲਾਂ ਤਾਂ ਅਸੀਂ ਕੋਈ ਨਿਰਧਾਰਤ ਸੀਮਾ ਮਿਥੀ ਕਿ ਨਹੀਂ ਮਿਥੀ ਉਹਦਾ ਕੋਈ ਜ਼ਿਕਰ ਨਹੀਂ। ਦੂਜਾ ਇਹ ਕਿ ਕੀ ਅਸੀਂ ਜੇਕਰ ਜੋ ਰਾ ਮਟੀਰੀਅਲ ਖਰੀਦਦੇ ਆ ਔਰ ਉਸ ਤੋਂ ਬਾਅਦ ਜਿਹੜੀ ਉਹਦੀ ਆਊਟਪੁੱਟ ਆ ਗੁਰੂ ਮਹਾਰਾਜ ਦੇ ਸਰੂਪ ਬਣਦੇ ਆ ਉਹਨਾਂ 'ਚ ਸਮਾਨਤਾ ਦੇਖੀ ਨਹੀਂ ਦੇਖੀ। ਤੀਜੀ, ਜੇਕਰ ਕਿਸੇ ਕਰਮਚਾਰੀ ਜਿੱਦਾਂ ਬਾਦ ਸਿੰਘ ਦਾ ਜ਼ਿਕਰ ਆ ਰਿਹਾ ਕਿ 18 ਦੀ ਇੱਕ ਰਿਪੋਰਟ ਜਿਹੜੀ ਉਹਨਾਂ ਦੀ ਜਾਂਚ ਅੰਦਰੂਨੀ, ਉਸ ਤੋਂ ਬਾਅਦ ਵੀਰ ਸਿੰਘ ਗ੍ਰੰਥੀ ਦਾ ਵੀ ਜ਼ਿਕਰ ਆ ਰਿਹਾ, ਉਹਦੇ ਪੈਸੇ ਜਮ੍ਹਾਂ ਕਰਾਏ ਜਾਂਦੇ ਆ। ਜਦੋਂ ਇਹ ਸਰੂਪ ਬਾਹਰੋਂ ਬਾਹਰ ਵੇਚੇ ਜਾਣ ਦੀ ਗੱਲ ਆਈ ਤੇ ਉਦੋਂ ਸ਼੍ਰੋਮਣੀ ਕਮੇਟੀ ਦੇ ਵੱਡੇ ਪ੍ਰਬੰਧਕ ਜਿਨ੍ਹਾਂ ਨੇ PhDਆਂ ਵੀ ਕਰ ਰੱਖੀਆਂ, ਉਹਨਾਂ ਲੋਕਾਂ ਨੇ ਗਹਿਗੱਚ ਤਰੀਕੇ ਨਾਲ ਅੰਦਰ ਵੜ ਕੇ ਪੂਰੀ ਜਾਂਚ ਕਿਉਂ ਨਾ ਕਰਾਈ। ਬਿਲਕੁਲ, ਉਦੋਂ ਦੇ ਪ੍ਰਧਾਨ ਜਿਹੜੇ ਸੀ ਉਹਨਾਂ ਦੀ ਵੀ ਡਿਊਟੀ ਬਣਦੀ ਸੀ ਕਿ ਉਹ ਆਪਣੇ ਪ੍ਰਬੰਧਕਾਂ ਦੀ ਡਿਊਟੀ ਸਖਤੀ ਨਾਲ ਲਾਉਂਦੇ ਕਿ ਭਾਈ ਬਾਕੀ ਕੰਮ ਛੱਡ ਦਿਓ। 2015 ਚ ਹੋਈਆਂ ਬੇਅਦਬੀਆਂ, 2015 ਦੇ ਵਿੱਚ ਲੋਕ ਰੋਹ, 2017 ਦੇ ਵਿੱਚ ਇਹਨਾਂ ਨੂੰ ਮੁੱਦਾ ਕਰ ਦਿੰਦਾ। ਸੋ ਜੇਕਰ ਇਹ ਇੰਨਾ ਸੈਂਸਿਟਿਵ ਮਸਲਾ ਪੰਜਾਬੀਆਂ ਲਈ, ਸਿੱਖਾਂ ਲਈ, ਸਾਡੇ ਇਸ ਖਿੱਤੇ ਲਈ ਆ, ਫਿਰ ਜਿਹੜਾ ਅਵੇਸਲਾਪਣ ਵਰਤਿਆ ਗਿਆ ਇਹ ਮੁਜਰਮਾਨਾ ਪਹੁੰਚ ਹੈ, ਇਹ ਲਾਪਰਵਾਹੀ ਹੈ, ਲਾਪਰਵਾਹੀ ਤੋਂ ਵੀ ਵੱਧ ਕੇ। ਸੋ ਮੈਂ ਤੁਹਾਨੂੰ ਚਾਹੂੰਗਾ ਕਿ ਤੁਸੀਂ ਇਹ ਰਿਪੋਰਟ ਦਾ ਮੁੱਢਲਾ ਜਿਹਾ ਅੰਸ਼ ਮੇਰੇ ਨਾਲ ਦੋਸਤਾਂ ਨਾਲ ਸਾਂਝਾ ਕਰੋ ਤਾਂ ਕਿ ਫਰਦਰ ਇੱਥੇ ਅੱਗੇ ਚੱਲੀਏ। ਦੇਖੋ ਰੰਧਾਵਾ ਜੀ, ਸਭ ਤੋਂ ਪਹਿਲੀ ਗੱਲ ਤੇ ਇਹ ਆ ਕਿ ਜਿਹੜੀ ਜਾਂਚ ਕਮਿਸ਼ਨ ਆ ਅਕਾਲ ਤਖਤ ਸਾਹਿਬ ਦੀ ਨਿਗਰਾਨੀ ਹੇਠ ਬਣਿਆ ਜੀ, ਉਹ ਜਾਂਚ ਕਮਿਸ਼ਨ ਇੱਕ ਗੱਲ ਬੜੀ ਸਪਸ਼ਟ ਲਿਖਦਾ ਕਿ ਸ਼੍ਰੋਮਣੀ ਕਮੇਟੀ ਦਾ ਸਭ ਤੋਂ ਅਹਿਮ ਅਦਾਰਾ ਪਬਲੀਕੇਸ਼ਨ ਵਿਭਾਗ ਕੁਦਰਤੀ ਹੈ, ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ, ਗੁਰਬਾਣੀ ਦੇ ਗੁਟਕੇ ਔਰ ਸੰਥਾਂ ਸੈਂਚੀਆਂ ਤੇ ਬਾਕੀ ਧਾਰਮਿਕ ਲਿਟਰੇਚਰ ਜਿਹੜਾ ਆ ਉਹ ਛਾਪਿਆ ਜਾਂਦਾ। ਕੁਦਰਤੀ ਹੈ। ਦੂਸਰੀ ਗੱਲ ਇਹ ਆ ਕਿ ਜਦੋਂ ਹਰ ਸਾਲ ਖਾਸ ਕਰਕੇ 31 ਮਾਰਚ ਨੂੰ, ਲੇਕਿਨ ਇਸ ਵਾਰੀ ਬਜਟ ਇਜਲਾਸ ਜਿਹੜਾ 28 ਸਤੰਬਰ ਨੂੰ ਆ ਰਿਹਾ, ਕਿਉਂਕਿ ਕਮੇਟੀ ਦੇ ਸਿਰਫ 2 ਜਨਰਲ ਇਜਲਾਸ ਹੁੰਦੇ ਨੇ ਸਾਲ ਦੇ ਵਿੱਚ ਜੀ, ਇੱਕ 28 ਮਾਰਚ ਦੇ ਮਹੀਨੇ ਬਜਟ ਲਈ, ਸਾਲਾਨਾ ਬਜਟ ਲਈ, ਤੇ ਇੱਕ ਆਮ ਚੋਣਾਂ ਲਈ ਅਹੁਦੇਦਾਰਾਂ ਦੇ ਪ੍ਰਧਾਨ ਦੇ। ਉਸ ਬਜਟ ਦੇ ਵਿੱਚ ਬਕਾਇਦਾ ਬਜਟ ਦੇ ਹਿੱਸਿਆਂ ਦੀ ਵੰਡ ਹੁੰਦੀ ਆ ਜੀ। ਜਦੋਂ ਉਹ ਵੰਡ ਆਉਂਦੀ ਹੈ ਸਾਹਮਣੇ
ਫਿਰ ਉਹਦੇ ਚ ਪਬਲੀਕੇਸ਼ਨ ਵਿਭਾਗ ਦਾ ਜ਼ਿਕਰ ਆਉਂਦਾ, ਪਬਲੀਕੇਸ਼ਨ ਵਿਭਾਗ ਦਾ ਜ਼ਿਕਰ ਆਉਂਦਾ। ਔਰ ਬਹੁਤ ਸਾਰੇ ਬਜਟ ਦੇ ਵਿੱਚ ਮੇਰੇ ਕੋਲ ਬਹੁਤ ਸਾਰੀਆਂ ਬਜਟ ਸਪੀਚਾਂ ਜਿਹੜੀਆਂ ਹਰ ਸਾਲ ਪੜ੍ਹੀਆਂ ਜਾਂਦੀਆਂ ਨੇ 2016 ਤੋਂ ਲੈ ਕੇ 2006 ਤੋਂ ਲੈ ਕੇ ਹੁਣ ਤੱਕ ਮੇਰੇ ਕੋਲ ਹੈ ਨੇ। ਉਹਦੇ ਵਿੱਚ ਕਈ ਜਗ੍ਹਾ ਤੇ ਲਿਖਿਆ ਹੁੰਦਾ ਕਿ ਇਸ ਵਾਰ ਅਸੀਂ ਪਾਵਨ ਸਰੂਪ ਭੇਟਾ ਰਹਿਤ ਦੇਵਾਂਗੇ ਜੀ, ਭੇਟਾ ਰਹਿਤ ਦੇਵਾਂਗੇ, ਅਸੀਂ ਪਾਵਨ ਸਰੂਪ ਪਦ ਛੇਦ ਤਿਆਰ ਕਰਾਂਗੇ, ਅਸੀਂ ਇੰਨੇ ਪਾਵਨ ਸਰੂਪ, ਬਕਾਇਦਾ ਗਿਣਤੀ ਤੱਕ ਦਾ ਵੇਰਵਾ ਹੁੰਦਾ ਕਈ ਵਾਰੀ। ਸਰਦਾਰ ਸਾਹਿਬ ਪਰ ਇੱਕ ਚੀਜ਼ ਤਾਂ ਬਹੁਤ ਅਹਿਮ ਆ ਕਿ ਜਦੋਂ ਵੀ ਕੋਈ ਬਜਟ ਆਉਂਦਾ ਹੈ ਜੀ, ਬਜਟ ਪ੍ਰਾਵਧਾਨ ਇਹ ਹੁੰਦੇ ਆ ਕਿ ਅਸੀਂ ਕਿਸ ਅਦਾਰੇ ਲਈ, ਸ਼ੋਬੇ ਲਈ ਕਿੰਨੀ ਅਮਾਉਂਟ ਰੱਖਣੀ ਹੈ। ਜੀ, ਜਦੋਂ ਅਸੀਂ ਪਬਲੀਕੇਸ਼ਨ ਲਈ, ਪ੍ਰਕਾਸ਼ਨਾਵਾਂ ਲਈ ਕੋਈ ਬਜਟ ਰੱਖਦੇ ਆ ਜੀ, ਤੇ ਫਿਰ ਮੈਨੂੰ ਨਹੀਂ ਲੱਗਦਾ ਕਿ ਭੇਟਾ ਦਾ ਕੋਈ ਮਸਲਾ ਹੈ। ਲੇਕਿਨ ਜੇ ਲੈ ਵੀ ਲਈ ਜੀ, ਸਵਾਲ ਇਹ ਨਹੀਂ, ਚਲੋ ਹਰੇਕ ਚੀਜ਼ ਲਈ ਜੇਕਰ ਤੁਸੀਂ ਇੱਕ ਨੋਮੀਨਲ ਰੱਖ ਲੈਨੇ ਹੋ ਜੀ, ਚਾਰजेस ਰੱਖ ਲੈਨੇ ਹੋ, ਮਾੜੀ ਗੱਲ ਨਹੀਂ, ਹਾਲਾਂਕਿ ਇਹ ਫ੍ਰੀ ਹੋਣਾ ਚਾਹੀਦਾ। ਅਸਲ ਦੇ ਵਿੱਚ ਸਰਦਾਰ ਸਾਹਿਬ ਕਮੀ ਕਿੱਥੇ ਰਹਿੰਦੀ ਹੈ ਕਿ ਤੁਸੀਂ ਪਬਲੀਕੇਸ਼ਨ ਦੇ ਵਿੱਚ ਕੀ ਹੋ ਰਿਹਾ ਕਦੇ ਉਹਦਾ ਨਜ਼ਰ ਹੀ ਨਹੀਂ ਮਾਰਦੇ। ਗੱਲ ਨੁਕਤਾ ਤੇ ਸਿਰਫ ਇਹੋ ਹੀ ਆ ਕਿ ਜਦੋਂ ਤੁਸੀਂ ਇੱਕ ਫੈਸਲਾ ਕਰ ਲਿਆ ਕਿ ਪਿਛਲੇ ਸਾਲ ਦਾ ਪਬਲੀਕੇਸ਼ਨ ਵਿਭਾਗ ਦਾ ਬਜਟ ਜਿਹੜਾ ਸੀਗਾ, ਸਿਰਫ ਉਦਾਹਰਣ ਹੈ ਕਿ 10 ਕਰੋੜ ਦਾ ਸੀ, ਤੇ ਇਹ ਸ਼੍ਰੋਮਣੀ ਕਮੇਟੀ ਦੇ ਆਪਣੇ ਮਾਪਦੰਡ ਨੇ, ਪੈਮਾਨੇ ਨੇ ਕਿ ਅਗਲੇ ਸਾਲ ਦਾ ਬਜਟ ਉਹਦੇ ਚ 15%, 10% ਜਾਂ 15% ਵੱਧ ਰੱਖਿਆ ਜਾਏਗਾ। ਬਿਲਕੁਲ, ਜੇ ਕੋਈ ਸ਼ਤਾਬਦੀ ਆ ਗਈ ਆ ਤੇ ਧਰਮ ਪ੍ਰਚਾਰ ਦਾ ਬਜਟ ਜਿਹੜਾ ਉਹ ਵੱਧੇਗਾ, ਜੇ ਸ਼ਤਾਬਦੀ ਨਹੀਂ ਹੈ ਤੇ ਫਿਰ ਉਹ ਖਰਚਾ ਘਟੇਗਾ। ਮੇਰਾ ਖਿਆਲ ਅਸੀਂ ਹੁਣ ਮੁੱਦੇ ਵੱਲ ਆ ਜਾਈਏ। ਜੀ, ਮੈਂ ਇੱਕ ਸਰਦਾਰ ਸਾਹਿਬ ਜਿਹੜਾ ਸਵਾਲ ਲੋਕ ਪੁੱਛਦੇ ਪਏ ਆ ਕਿ ਮੰਨ ਲਿਆ ਕਿ ਸ਼੍ਰੋਮਣੀ ਕਮੇਟੀ ਨੇ ਪੁਲਿਸ ਨੂੰ ਕੇਸ ਦੇਣ ਤੋਂ ਮਨਾ ਕਰਤਾ ਹੈ ਜੀ, ਇਹ ਦਾਅਵਾ ਕਰਤਾ ਕਿ ਅਸੀਂ ਸਮਰੱਥ ਹਾਂ, ਪਰ ਆਪਣੇ ਤੌਰ ਤੇ ਤੁਰੰਤ ਕਿਹੜਾ ਫੈਸਲਾ ਲਿਆ ਕਿ ਇਸ ਸਾਰੇ ਮਸਲੇ ਨੂੰ ਪੁਲਿਸ ਦੀ ਬਜਾਏ ਅਸੀਂ ਨਜਿੱਠਾਂਗੇ? ਪਰ ਕਿਵੇਂ ਨਜਿੱਠਾਂਗੇ? ਕੀ ਕੋਈ ਮਾਹਿਰਾਂ ਦੀ ਕਮੇਟੀ ਬਣਾਈ ਗਈ ਹੈ? ਕੀ ਕੋਈ ਟੀਮ ਸਾਬਕਾ ਸਕੱਤਰਾਂ ਦੀ, ਸਾਬਕਾ ਪ੍ਰਧਾਨਾਂ ਦੀ, ਸਾਬਕਾ ਵਕੀਲਾਂ ਦੀ ਕੋਈ ਐਸੀ ਟੀਮ ਗਠਿਤ ਕੀਤੀ ਗਈ ਹੈ? ਕੀ ਸ਼੍ਰੋਮਣੀ ਕਮੇਟੀ ਦਾ ਕੋਈ ਸਮਰੱਥ ਅਧਿਕਾਰੀ ਉਹਨਾਂ ਸਾਰੇ ਮੁਲਾਜ਼ਮਾਂ ਨਾਲ 1 to 1 ਗੱਲ ਕਰੇਗਾ? ਕੀ ਸਰੂਪ ਜਿੱਥੇ ਵੀ ਦਿੱਤੇ ਗਏ ਉਹਦਾ ਕੋਈ ਵੇਰਵਾ ਪ੍ਰਾਪਤ ਕੀਤਾ ਜਾਊਗਾ? ਕਿਵੇਂ ਕੀਤਾ ਜਾਊਗਾ? ਉਹਨਾਂ ਨੂੰ ਪਿਆਰ ਕਰਕੇ ਪਲੋਸ ਕੇ ਲਿਆ ਜਾਊਗਾ? ਤਰੀਕਾ ਕੀ ਬਣਾਇਆ ਜਾਊਗਾ? ਇਹਦੇ ਉੱਤੇ ਸ਼੍ਰੋਮਣੀ ਕਮੇਟੀ ਚੁੱਪ ਆ, ਉਹ ਚੁੱਪ ਲੋਕਾਂ ਨੂੰ ਖਟਕਦੀ। ਸਭ ਤੋਂ ਪਹਿਲੀ ਗੱਲ ਅਹਿਮ ਹੈ ਕਿ ਜਿਹੜੀ ਹੁਣ ਤੱਕ ਜਾਂਚ ਕਮਿਸ਼ਨ ਦੇ ਜੋ ਅੰਕੜੇ ਨਸ਼ਰ ਕੀਤੇ ਗਏ ਨੇ, ਜਾਂਚ ਕਮਿਸ਼ਨ ਕਹਿੰਦਾ ਹੈ ਕਿ 18/8/2015 ਤੱਕ ਜੀ 328 ਪਾਵਨ ਸਰੂਪ ਘੱਟ ਸਨ ਜੀ ਲੈਜਰਾਂ ਦੇ ਹਿਸਾਬ ਦੇ ਨਾਲ। ਲੇਕਿਨ ਹੋਰ ਕੀ ਡਿਆ ਕਿ ਇੱਕ ਸਰਦਾਰ ਨਿਸ਼ਾਨ ਸਿੰਘ ਮੀਤ ਸਕੱਤਰ ਨੇ ਜੀ 18/8/15 ਨੂੰ ਉਹ ਜਿਹੜੀ ਜਾਂਚ ਕਰਦੇ ਨੇ, ਜਿਹਨੂੰ ਫਿਜ਼ੀਕਲ ਜਾਂਚ ਹੈ, ਲੈਜ਼ਰਾਂ ਦੇ ਨਾਲ ਅੰਦਰ ਜਿਹੜਾ ਸਟਾਕ ਦੇ ਵਿੱਚ ਪਾਵਨ ਸਰੂਪ ਪਏ ਨੇ ਉਹਨਾਂ ਦੇ ਨਾਲ ਜਿਹੜਾ ਮਿਲਾਨ ਹੈ, ਉਹ ਕਹਿੰਦੇ ਨੇ ਕਿ 239 ਸਰੂਪ ਵੱਧ ਨੇ। ਅੱਛਾ, ਜਾਂਚ ਕਮਿਸ਼ਨ ਕਹਿ ਰਿਹਾ 328 ਸਰੂਪ ਘੱਟ ਨੇ ਜੀ ਲੈਜ਼ਰਾਂ ਦੇ ਅਨੁਸਾਰ। ਨਿਸ਼ਾਨ ਸਿੰਘ ਕਹਿ ਰਿਹਾ ਕਿ ਜਿਹੜਾ 2014-15 ਦਾ ਮੈਂ ਦੇਖਿਆ, 13-14-15 ਦਾ, ਉਹਦੇ ਹਿਸਾਬ ਨਾਲ 239 ਸਰੂਪ ਵੱਧ ਨੇ। ਫਰਕ ਕਿੱਥੇ ਆ ਰਿਹਾ? ਫਰਕ ਕਿੱਥੇ ਆ ਗਿਆ? ਸਭ ਤੋਂ ਪਹਿਲੀ ਗੱਲ ਨਹੀਂ, ਹੁਣ ਇਹ ਫਰਕ ਆ ਕੀ ਰਿਹਾ? ਦੇਖੋ, ਇਹ ਜਾ ਕੇ 239 ਸਿੱਧੇ ਹਿਸਾਬ ਆ 239 ਤੇ 328। ਪਹਿਲੀ ਗੱਲ ਕਿ 239 ਇਹ ਜਿਹੜੇ ਵਧੇ ਸੀ ਜੀ, ਇਹ ਘਟ ਗਏ ਤੇ 300 ਇਹ ਪੈਣਾ 500 ਤੇ 239 478 ਜੀ। 478 ਦਾ ਫਰਕ ਤੇ ਇਹੋ ਹੀ ਹੋ ਗਿਆ। 478 ਦਾ ਫਰਕ ਤੇ ਇਹੋ ਹੀ ਆ। ਹੁਣ ਇਹ ਕਹਿ ਰਹੇ ਨੇ ਕਿ 328 ਫਿਰ 150 ਦਾ ਫਰਕ ਹੈ। ਲੇਕਿਨ ਇਹਦੇ ਵਿੱਚ ਇੱਕ ਹੋਰ ਟਰਮ ਆ ਰਹੀ ਜਿਹੜੀ ਮੈਂ ਦੇਖੀ ਹੈ ਜੀ ਕਿ 61 ਸਰੂਪ ਔਰ 125 ਸਰੂਪ ਅਲੱਗ ਤੋਂ ਜਿਹੜੇ ਅਜੇ ਜਿਲਦਾਂ ਨਹੀਂ ਵੱਜੀਆਂ। ਉਹ ਤੋਂ ਬਾਅਦ ਆਓ ਸਿਰਫ ਇੱਕ ਤਰੀਕ 18/8/15 ਜੀ। ਜਾਂਚ ਕਮੇਟੀ ਕਹਿ ਰਹੀ ਹੈ ਕਿ 328 ਸਰੂਪ ਘੱਟ ਸਨ। ਨਿਸ਼ਾਨ ਸਿੰਘ ਮੀਤ ਸਕੱਤਰ ਜਿਹੜਾ ਆ ਉਹ ਕਹਿ ਰਿਹਾ 239 ਸਰੂਪ ਵੱਧ ਨੇ।
ਔਰ ਨਿਸ਼ਾਨ ਸਿੰਘ ਦੀ ਲਿਖੇ ਹੋਏ ਆਫਿਸ ਨੋਟ ਦੇ ਉੱਤੇ ਕਿ ਸਾਡੇ ਸਟਾਕ ਵਿੱਚ 239 ਸਰੂਪ ਵੱਧ ਨੇ। ਸ਼੍ਰੋਮਣੀ ਕਮੇਟੀ ਦੇ ਸਕੱਤਰ ਸਰਦਾਰ ਮਨਜੀਤ ਸਿੰਘ ਆਗਿਆ ਕਰਦੇ ਨੇ ਕਿ ਇਹ 239 ਪਾਵਨ ਸਰੂਪ ਸਸਪੈਂਸ ਖਾਤੇ ਵਿੱਚ ਜਮ੍ਹਾਂ ਕਰ ਦਿੱਤੇ ਜਾਣ। ਇਹ ਕੀ ਹੁੰਦਾ ਜੀ? ਸਸਪੈਂਸ ਖਾਤਾ ਕੀ ਪਤਾ ਨਹੀਂ ਕਿੱਦਾਂ ਵੱਧ ਗਏ ਆ। ਮਤਲਬ ਉਹਨੂੰ ਥੋਰੋ ਅੱਗੇ ਜਾਂਚ ਦਾ ਹਿੱਸਾ ਨਹੀਂ ਬਣਾਇਆ ਗਿਆ ਨਾ, ਲੇਕਿਨ ਇਹ ਕਹਿਤਾ ਗਿਆ ਕਿ ਇਹਨੂੰ ਤੁਸੀਂ ਇਹ ਜਾਂਚ ਪਛਾਣ ਨੂੰ ਜਾਣੀ ਸੀ ਜੀ, ਇਹ ਜਾਂਚ ਜਿਹੜੀ ਪਛਾਣ ਨੂੰ ਜਾਣੀ ਸੀ ਵੀ ਇਹ ਕਿਉਂ ਕੀ ਕਿੱਦਾਂ ਹੋ ਗਿਆ 239 ਸਰੂਪ ਕਿੱਦਾਂ ਵੱਧ ਗਏ। ਅਸੀਂ ਤੇ ਜੋ ਛਪਾ ਰਹੇ ਆ ਸੰਗਤ ਦੀ ਮਨਸ਼ਾ ਅਨੁਸਾਰ, ਮੰਗ ਅਨੁਸਾਰ, ਜਾਂ ਜਿਹੜੇ ਸਾਨੂੰ ਦਫ਼ਤਰੀ ਆਫਿਸ ਨੋਟ ਆਉਂਦੇ ਨੇ ਕਿ ਇੰਨੇ ਸਰੂਪ ਚਾਹੀਦੇ ਨੇ, ਸੰਗਤਾਂ ਦੀ ਮੰਗ ਹੈ, ਅਸੀਂ ਉਹਦੇ ਹਿਸਾਬ ਨਾਲ ਫਿਰ 239 ਸਰੂਪ ਕਿੱਦਾਂ ਵੱਧ ਗਏ। ਸਰਦਾਰ ਸਾਹਿਬ ਇਹ ਇਸ ਤੋਂ ਵੀ ਇੱਕ ਨਾਜ਼ੁਕ ਮਸਲਾ ਹੈ ਕਿ ਜਦੋਂ ਇੱਕ ਕਲਰਕ ਵੱਲੋਂ ਬਾਰੋ ਬਾਰ 400 ਸਰੂਪਾਂ ਤੋਂ ਜ਼ਿਆਦਾ ਦੇ ਦਿੱਤੇ ਜਾਣ ਦੀ ਗੱਲ ਆਉਂਦੀ ਹੈ, ਬਿਲਕੁਲ ਭੇਟਾ ਲੈ ਕੇ, ਬਿਲਕੁਲ ਉਹਦੇ ਕੋਲੋਂ ਜਦੋਂ ਪੌਣੇ 10 9,78,000 ਸੀ, 9,82,000 9,82,000 ਜਮ੍ਹਾਂ ਕਰਾਇਆ ਜਾਂਦਾ, ਉਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਨੇ ਇਹ ਜ਼ਰੂਰਤ ਕਿਉਂ ਨਾ ਸਮਝੀ ਕਿ ਇਹਦੇ ਸੰਬੰਧੀ ਦੀਰਘ ਜਾਂਚ ਬਹੁਤ ਥੋਰੋ ਇਹਦੇ ਤੇ ਇਨਵੈਸਟੀਗੇਸ਼ਨ ਹੋਵੇ ਕਿ ਕੀ ਹੋ ਰਿਹਾ, ਕਿ ਇਸ ਤੋਂ ਜ਼ਿਆਦਾ ਤਾਂ ਨਹੀਂ ਕਿਤੇ ਕਪੜਾ। ਸੋ ਜੇਕਰ ਇਹ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਜਿਨ੍ਹਾਂ ਦੇ ਵਿੱਚ ਮੁੱਖ ਪ੍ਰਬੰਧਕ ਔਰ ਜਿਨ੍ਹਾਂ ਦੇ ਵਿੱਚ ਬਾਕੀ ਸਕੱਤਰ ਨੇ, ਇਹ 3 ਸਕੱਤਰ ਸੀ ਘੱਟੋ ਘੱਟ ਜੀ, ਔਰ ਉਹਨਾਂ 3 ਸਕੱਤਰਾਂ ਦੀ ਜ਼ਿੰਮੇਵਾਰੀ 4 ਦੀ ਬਣਦੀ ਸੀ ਕਿ ਉਹ ਕਲੈਕਟਿਵਲੀ ਸਭ ਤੋਂ ਪਹਿਲਾਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਆਧਾਰ ਨੇ, ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਸ਼੍ਰੋਮਣੀ ਕਮੇਟੀ ਦਾ ਸਾਰਾ ਬਿਜ਼ਨਸ, ਇਹਨੂੰ ਬਿਜ਼ਨਸ ਹੀ ਕਹਿੰਦੇ ਅਸੀਂ, ਜਿਹੜਾ ਕਾਗਜ਼ਾਂ ਦੇ ਵਿੱਚ ਟਰਮਸ, ਆਖਰਕਾਰ ਜੋ ਇਹਨਾਂ ਦੇ ਅੰਕੜੇ ਨੇ ਸਰਕਾਰਾਂ ਨੂੰ ਰਿਪੋਰਟਾਂ ਜਾਂਦੀਆਂ ਨੇ, ਜਵਾਬਦੇਹ ਨੇ ਸੰਗਤ ਨੂੰ, ਇਹ ਸੰਗਤ ਜਵਾਬ ਮੰਗਦੀ ਆ। ਗੱਲ ਇਹ ਹੈ ਕਿ ਇਹ ਜੇਕਰ ਸ਼੍ਰੋਮਣੀ ਕਮੇਟੀ ਦੇ ਵੱਡੇ ਅਧਿਕਾਰੀ ਜਿਹੜੇ ਅੱਜ ਬਚਣ ਦੇ ਆਰ ਚ ਨੇ, ਜਿਨ੍ਹਾਂ ਨੂੰ ਅੱਜ ਲੱਗਦਾ ਹੈ ਕਿ ਸਾਡੇ ਨਾਲ ਜ਼ਿਆਦਤੀ ਵੀ ਹੁੰਦੀ ਹੈ, ਉਹਨਾਂ ਨੂੰ ਬਣਦਾ ਸੀਗਾ ਕਿ ਉਹ ਉੱਪਰ ਜਾਣ ਤੋਂ ਪਹਿਲਾਂ ਆਪ, ਕਿਉਂਕਿ ਜਦੋਂ ਅਸੀਂ ਕਿਸੇ ਜਗ੍ਹਾ ਤੋਂ ਸੈਲਰੀ ਲੈ ਰਹੇ ਹਾਂ, ਜਦੋਂ ਅਸੀਂ ਉੱਥੋਂ ਦੇ ਮੁੱਖ ਜ਼ਿੰਮੇਵਾਰ ਹਾਂ, ਸਾਡੀ ਡਿਊਟੀ ਹੈ ਕਿ ਅਸੀਂ ਉਹਨੂੰ ਟਰਾਂਸਪੇਰੈਂਟ ਜਾਂਚ ਦਾ ਹਿੱਸਾ ਬਣਾਉਂਦੇ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰਦੇ, ਜਿੱਥੇ ਵੀ ਜਿਸ ਵੀ ਜਗ੍ਹਾ ਤੇ ਗਲਤੀ ਸੀ ਉਹਨੂੰ ਸਜ਼ਾ ਦੇਣ ਲਈ ਆਪ ਕਰਦੇ, ਨਹੀਂ ਤਾਂ ਉਹਨੂੰ ਉੱਪਰ ਲਿਖ ਕੇ ਭੇਜ ਦਿੰਦੇ, ਐਗਜ਼ੈਕਟਿਵ ਦੇ ਵਿੱਚ ਫੈਸਲਾ ਹੁੰਦਾ, ਅਜਲਾਸ ਬੁਲਾਉਣਾ ਪੈਂਦਾ, ਬੁਲਾ ਲੈਂਦੇ, ਹਰਜ ਕੀ ਸੀ। ਲੇਕਿਨ ਤੁਸੀਂ ਉਸ ਜਾਂਚ ਨੂੰ ਕਰਨ ਦੀ ਬਜਾਏ ਗਾਂ ਤੋੜ ਦਿੰਦੇ ਹੋ। ਨਹੀਂ, ਇਹ ਹੈ ਕੀ ਆ ਕਿ ਬਾਜ ਸਿੰਘ ਨਾਂ ਦਾ ਇੱਕ ਕਲਰਕ ਹੈ ਜੀ, ਉਹਦੇ ਉੱਪਰ ਇਹ ਦੋਸ਼ ਲੱਗਦੇ ਨੇ ਕਿ ਇਹਨ 2013-14, 2014-15, 2016-17 ਦੇ ਵਿੱਚ ਜਿਹੜੇ ਪਾਵਨ ਸਰੂਪ ਬਾਹਰ ਜਾਂਦੇ ਰਹੇ ਦੂਜੇ ਸੂਬਿਆਂ 'ਚ ਜੀ, ਇਹ ਉੱਥੇ ਜਿਹੜੇ ਪਾਵਨ ਸਰੂਪ ਸੀਗੇ ਸੰਗਤ ਨੂੰ ਜਾਂ ਕਿਤੇ ਦੇ ਆਉਂਦੇ, ਵੇਚ ਆਉਂਦੇ ਸੀ ਤੇ ਪੈਸੇ ਜੇਬ 'ਚ ਪਾ ਲੈਂਦੇ ਸੀ ਜੀ। ਉਹਦੇ ਕੋਲੋਂ 9,82,700 ਰੁਪਇਆ ਵਸੂਲਿਆ ਜਾਂਦਾ, ਜਿਹੜੀ ਜਾਂਚ ਦੇਖੋ ਕਦੋਂ ਵਸੂਲਿਆ ਜਾਂਦਾ, ਜਦੋਂ ਫਲਾਈਂਗ ਸਕਾਡ ਦੀ ਜਿਹੜੀ 23/10/2018 ਦੀ ਜਾਂਚ ਹੈ ਉਹਦੇ ਤੇ ਆਧਾਰਿਤ ਉਸ ਸ਼ਖਸ ਦੇ ਕੋਲੋਂ 9,82,700 ਦੀ ਵਸੂਲੀ ਕੀਤੀ ਜਾਂਦੀ ਹੈ। ਫਿਰ ਉਹ ਫਲਾਈਂਗ ਸਕਾਡ ਉਹਦੇ ਵਿੱਚ ਦਰਜ ਕਰਦੀ ਹੈ ਕਿ ਇਸ ਬੰਦੇ ਨੂੰ ਕਿਸੇ ਵੀ ਅਹਿਮ ਅਹੁਦੇ ਤੇ ਨਾ ਲਾਇਆ ਜਾਵੇ। ਇਹਦਾ ਮਤਲਬ ਕਿ ਤੁਸੀਂ 9,82,700 ਰੁਪਇਆ ਲੈ ਕੇ ਉਹਨੂੰ ਆਪਣੇ ਪ੍ਰਬੰਧ ਦੇ ਵਿੱਚ ਹੀ ਸ਼ਾਮਲ ਰੱਖਿਆ, ਮਤਲਬ ਉਹਨੂੰ ਤੁਸੀਂ ਸਸਪੈਂਡ, ਡਿਸਮਿਸ ਕੁਝ ਕਰਨਾ ਜ਼ਰੂਰੀ ਨਹੀਂ ਸਮਝਿਆ। ਲੇਕਿਨ ਸਰਦਾਰ ਜੀ, ਹੋਰ ਵੱਡਾ ਸਵਾਲ ਆ ਕਿ ਤੁਹਾਡੇ ਸਰੂਪ ਜਿਹੜੇ ਸਭ ਤੋਂ ਅਹਿਮ ਮਰਲ ਹੈ ਜੀ, ਸ਼੍ਰੋਮਣੀ ਕਮੇਟੀ ਲਈ ਸਭ ਤੋਂ ਜ਼ਿਆਦਾ ਅਹਿਮੀਅਤ ਵਾਲਾ ਕੋਈ ਜਗ੍ਹਾ ਹੈ ਜੀ ਜੀ, ਉੱਥੋਂ ਇੰਨੇ ਵੱਡੀ ਗਿਣਤੀ 'ਚ ਸਰੂਪ ਜਿਹੜੇ ਛਪਣ ਤੋਂ ਬਾਅਦ, ਪੈਸੇ ਲੱਗਣ ਤੋਂ ਬਾਅਦ, ਹੁਣ ਕੋਈ ਸਰੂਪ 1500 ਚ ਤੇ ਛਪਦਾ ਨਹੀਂ, ਤੁਹਾਨੂੰ ਵੀ ਪਤਾ, ਜਿੰਨੀ ਉਹ ਮਹਿੰਗੀ ਸਿਆਹੀ ਹੈ, ਜਿੰਨਾ ਮਹਿੰਗਾ ਕਾਗਜ਼ ਆ, ਸਭ ਕੁਝ ਦੇਖੋ ਜੀ, ਹਰ ਚੀਜ਼ ਦਾ ਬਕਾਇਦਾ ਕਾਗਜ਼ ਦੇ ਹਿਸਾਬ ਨਾਲ ਮੰਗ ਰੱਖੀ ਜਾਂਦੀ ਆ, ਰੰਗ ਦੀ, ਜਿਲਦਾਂ ਵਾਸਤੇ ਮਟੀਰੀਅਲ ਜਿਹੜਾ ਆਉਂਦਾ, ਰੈਕਸ਼ਨ ਆਉਂਦੀ ਆ, ਕੱਪੜਾ ਆਉਂਦਾ ਆ, ਹਰ ਚੀਜ਼ ਉਹਦੇ ਹਿਸਾਬ ਨਾਲ ਜਿਸ ਤਰ੍ਹਾਂ ਪਾਵਨ ਸਰੂਪ ਅੰਗ ਤਿਆਰ ਹੋ ਕੇ ਆਈ ਜਾਂਦੇ ਨੇ, ਬਕਾਇਦਾ ਉਹ ਅੰਗ ਜਿਹੜੇ ਨੇ, ਜਿਹੜੀ ਸਭ ਤੋਂ ਵੱਡੀ ਆਬਜੈਕਸ਼ਨ ਜਿਹੜਾ ਹੈ ਜਾਂਚ ਕਮਿਸ਼ਨ ਨੇ ਲਾਇਆ ਕਿ ਇਹ ਸਾਰੇ ਜਦੋਂ ਅੰਕ ਛਪ ਜਾਂਦੇ ਤੇ ਸਿੱਧਾ ਹੀ
ਜਿਲਦ ਸਾਜ਼ਾਂ ਦਾ ਜਿਹੜਾ ਹਾਲ ਸੀ 3 ਨੰਬਰ ਤੇ 4 ਨੰਬਰ ਉੱਥੇ ਰੱਖ ਦਿੱਤੇ ਜਾਂਦੇ ਸੀ। ਮਤਲਬ ਉੱਥੇ ਮਰਿਆਦਾ ਕਿੰਨੀ ਕੁ ਹੈ, ਉੱਥੇ ਕੀ ਹੋ ਰਿਹਾ, ਇਹ ਅਲੱਗ ਇਸ਼ੂ ਹੈ। ਇਹ ਜਾਂਚ ਕਮਿਸ਼ਨ ਨੇ ਕਿਹਾ ਕਿ ਬੇਅਦਬੀ ਹੋ ਰਹੀ ਸੀ ਉੱਥੇ, ਮਤਲਬ ਪ੍ਰੋਪਰ ਪ੍ਰਬੰਧ ਨਹੀਂ ਸੀ, ਪ੍ਰੋਪਰ ਪ੍ਰਬੰਧ ਨਹੀਂ। ਮੈਂ ਫਿਰ ਮੁੜਦਾ ਪਛਾਣ ਨੂੰ, ਜਿਹੜਾ ਮੇਰਾ ਸਵਾਲ ਸੀ ਜੀ ਕਿ ਤੁਹਾਡੇ ਖਾਤਿਆਂ ਚੋਂ 9,82,000 ਰੁਪਏ ਦੀ ਅਮਾਉਂਟ ਜਮ੍ਹਾਂ ਨਹੀਂ ਹੋਈ ਜੀ, ਤੁਸੀਂ 3 ਸਾਲ ਕੀ ਕਰਦੇ ਸੀ ਜੀ। ਇਹਦੇ ਵਿੱਚ ਕੀ ਉਹ ਜਿਹੜਾ ਕਵਲਜੀਤ ਜਿਹਦਾ ਨਾਂ ਜਿਹਨੇ ਰਿਟਾਇਰ ਹੋਣਾ ਸੀ, ਜੀ ਜੀ, ਉਹ ਰਿਟਾਇਰ ਹੋਣ ਵੇਲੇ ਜੇਕਰ ਆਪਣਾ ਚਾਰਜ ਛੱਡਣ ਆਉਂਦਾ ਹੈ ਜੀ, ਤੇ ਦੂਜੇ ਬੰਦੇ ਨੇ ਚਾਰਜ ਲੈਣਾ ਸੀ, ਜੀ, ਉਹਨੂੰ ਪਤਾ ਹੋਊਗਾ ਵੀ ਇਹ ਚਾਰਜ ਸੌਖਿਆਂ ਲੈਣ ਵਾਲਾ ਨਹੀਂ ਜੀ, ਤੇ ਉਹਨੇ ਨਾ ਕਰਤੀ ਤੇ ਹੱਥਾਂ ਪੈਰਾਂ ਦੀ ਪੈ ਗਈ ਜੀ। ਅਦਰਵਾਈਜ਼ ਜੇ ਅਸੀਂ ਇਹਨੂੰ ਦੇਖਦੇ ਹਾਂ ਕਿ ਬਾਜ ਸਿੰਘ ਇਹ ਕਰਦਾ ਰਿਹਾ ਜੀ, ਤੁਸੀਂ ਅੱਖਾਂ ਮੀਟ ਛੱਡੀਆਂ, ਹੂੰ। ਹੁਣ ਜਿੰਨਾ ਅੱਖਾਂ ਮੀਟੀਆਂ, ਦੇਖੋ ਜੇਕਰ ਤੁਸੀਂ ਸਵੇਰੇ ਆ ਜਾਂਦੇ ਹੋ ਸ਼ਾਮ ਨੂੰ ਜਾਂਦੇ ਹੋ ਜੀ, ਤੁਸੀਂ ਉਸ ਕੰਮ ਦੇ ਵਿੱਚ ਅਣਗਹਿਲੀ ਵਰਤੀ ਹੈ, ਜ਼ਿੰਮੇਵਾਰੀ ਕਿਹਨੂੰ ਦਿਓਗੇ ਸਰਦਾਰ ਜੀ? ਬਿਲਕੁਲ, ਇਹ ਕੋਈ ਸਿਆਸੀ ਬੰਦਿਆਂ ਨੇ ਥੋੜੀ ਕਰਨਾ ਹੈ। ਜੀ। ਸਿਆਸੀ ਬੰਦੇ ਤੇ ਭੋਗਾਂ ਤੋਂ ਗਾਂਹ ਨਹੀਂ ਤੁਰਦੇ, ਬਦਲੀਆਂ ਤੋਂ ਗਾਂਹ ਨਹੀਂ ਤੁਰਦੇ। ਪ੍ਰਧਾਨਾਂ ਦੀ ਤਾਂ ਮੈਂ ਹਾਲਤ ਦੇਖੀ ਹੈ ਕਿ ਮੈਂਬਰ ਹੀ ਲੀੜੇ ਪਾੜੀ ਜਾਂਦੇ ਆ। ਬਿਲਕੁਲ ਸਵਾਲ ਸਹੀ। ਇੱਕ ਪ੍ਰਧਾਨਾਂ ਨੂੰ ਨਿੱਠ ਕੇ ਕੰਮ ਕਿੱਥੇ ਕਰਦੇ ਨੇ? ਉਹ ਕਦੇ ਜੀ। ਕਿਸੇ ਨੇ ਕਾਰ 'ਚ ਡਾਕ ਕਢਾ ਲਈ ਤੇ ਕਦੇ ਕਿਸੇ ਨੇ ਰੋਟੀ ਖਾਂਦੇ ਆ ਡਾਕ ਕਢਾ ਲਈ। ਜੀ। ਸਵਾਲ ਤਾਂ ਇਹ ਆ ਕਿ ਕੀ ਇੰਨੇ ਕਾਬਲ ਪ੍ਰਬੰਧਕਾਂ ਦੇ ਹੁੰਦਿਆਂ, ਡਾਕਟਰ ਰੂਪ ਸਿੰਘ ਵਰਗੇ ਕਾਬਲ ਪ੍ਰਬੰਧਕ ਨੇ, ਜੀ। ਉਹਨਾਂ ਦੇ ਹੁੰਦਿਆਂ ਇਹ ਜਿਹੜੀਆਂ ਗਲਤੀਆਂ ਹੋਈਆਂ ਜੀ, ਵੀ 3 ਸਾਲ ਕੋਈ ਬੰਦਾ ਸਰੂਪ ਬਾਹਰ ਵੇਚ ਆਉਂਦਾ ਹੈ, ਜੀ, ਤੁਹਾਡੇ ਖਾਤੇ 'ਚ ਪੈਸੇ ਨਹੀਂ ਆ ਰਹੇ, ਜੀ, ਉਹਦੇ ਵਿੱਚ 3 ਤਰ੍ਹਾਂ ਦੇ ਆਡੀਟਰ ਨੇ, ਆਡਿਟ ਕਰਨ ਵਾਲੇ ਨੇ। ਆਡਿਟ ਕਰਨ ਵਾਲੇ। ਔਰ ਜੇਕਰ ਤੁਸੀਂ ਚਲੋ ਹਰ ਦਿਨ ਚੈੱਕ ਨਹੀਂ ਕਰਨਾ, ਹਰ ਮਹੀਨੇ ਚੈੱਕ ਨਹੀਂ ਕਰਨਾ, ਹਰ ਸਾਲ ਤੇ ਕਰ ਸਕਦੇ ਹੋ। ਦੇਖੋ ਤੁਹਾਡੇ ਕੋਲ ਜਦੋਂ ਕਲੋਜ਼ਿੰਗ ਹੋਈ ਜੀ, ਤੁਸੀਂ ਸਟਾਕ ਤੇ ਚੈੱਕ ਕਰ ਸਕਦੇ ਸੀ। ਸਰ ਇੱਕ ਹੋਰ ਬੇਨਤੀ ਹੈ, ਕਿਸੇ ਵੀ ਸੰਸਥਾ ਦਾ, ਉਹ ਸਕੂਲ ਹੈ, ਕਾਲਜ ਹੈ, ਡਿਸਪੈਂਸਰੀ ਹੈ, ਇਹਨਾਂ ਕੋਲ ਇਹੀ ਕੁਝ ਹੈ। ਬਿਲਕੁਲ। ਜਾਂ ਇੱਕ ਸਾਈਡ ਇਨਕਮ ਦੀ ਹੈ, ਦੂਜੀ ਐਕਸਪੈਂਡੀਚਰ ਦੀ ਹੈ। ਜੀ। ਜਦੋਂ ਬਜਟ ਪ੍ਰਾਵਧਾਨ ਆਉਂਦੇ ਆ, ਜੀ। ਜਦੋਂ ਬਜਟ ਪਾਸ ਹੁੰਦੇ ਆ, ਹਰੇਕ ਅਦਾਰੇ ਦੀ ਇਨਕਮ, ਜੀ। ਐਕਸਪੈਂਡੀਚਰ ਜੀ। ਔਰ ਇਨਕਮ ਤੇ ਪ੍ਰਪੋਜ਼ਡ ਬਜਟ ਬਿਲਕੁਲ। ਅਗਲੇ ਸਾਲ ਦਾ ਜਿਹੜਾ ਤੁਸੀਂ 10-15% ਜੀ, ਜੀ, ਵਧਾ ਕੇ ਲਾਉਣਾ ਹੁੰਦਾ ਤੁਸੀਂ ਕਹਿੰਦੇ ਹੋ। ਬਿਲਕੁਲ। ਸੋ ਜੇਕਰ ਇਹ ਪਬਲਿਕੇਸ਼ਨ ਵਾਲੇ ਮਾਮਲੇ 'ਚ ਜੀ। ਇਨਕਮ ਦੇ ਨਾਲ ਖਰਚਾ, ਠੀਕ ਹੈ ਜੀ, ਅਸੀਂ ਬਜਟ ਦੇ ਵਿੱਚ ਇਹ ਤੇ ਸੋਚ ਲਿਆ ਵੀ ਇੰਨਾ ਖਰਚਾ ਹੋਣਾ, ਬਿਲਕੁਲ। ਇਨਕਮ ਕਿਉਂ ਨਹੀਂ ਦੇਖੀ ਕਿ ਜੀ। ਸਾਨੂੰ ਪੂਰੇ ਸਾਲ 'ਚ ਇਨਕਮ ਕਿੰਨੀ ਹੋਈ? ਬਿਲਕੁਲ। ਸਾਨੂੰ ਇਹ ਕਿਉਂ ਨਹੀਂ ਪਤਾ ਲੱਗਿਆ ਕਿ ਉੱਥੇ ਸਾਡੇ ਕੋਲ ਇੰਨੇ ਸਰੂਪ ਗਏ ਨੇ, ਜੀ। ਇੰਨੇ ਛਪੇ ਨੇ, ਇੰਨੇ ਗਏ ਨੇ, ਕੰਮ ਕਿੰਨਾ ਸੀ ਜੀ। ਕਿ 100 ਛਪਿਆ, 90 ਵਿਕ ਗਿਆ। ਵਿਕਣੇ ਕਵਾਂਗੇ ਜਦੋਂ ਤੁਸੀਂ ਪੈਸੇ ਲੈ ਕੇ ਦਿੰਦੇ ਹੋ, ਜਦੋਂ ਤੁਸੀਂ ਦੇਖਦੇ ਹੋ ਕਿ ਦੇ ਵੇਚ ਦਿੱਤੇ ਹੋ। ਤੇ ਜਦੋਂ ਤੁਸੀਂ ਭੇਟਾ ਲੈ ਕੇ ਦਿੰਦੇ ਹੋ, ਇਹਦਾ ਮਤਲਬ ਹੈ 90 ਜੇ ਚਲੇ ਗਏ ਨੇ, ਜੀ। 90 ਦੀ ਇਧਰਲੇ ਬੰਨੇ ਅਮਾਉਂਟ ਜਮਾ ਹੋਈ ਹੈ ਕਿ ਨਹੀਂ? ਬਿਲਕੁਲ। ਇਹ ਤੇ ਝਾਤ ਪਾਉਣੀ ਸਿਰਫ ਕੁਝ ਸੈਕਿੰਡ ਦਾ ਕੰਮ ਆ। ਜੀ। ਕਿੰਨਾ ਕੁ ਔਖਾ ਹੈ? ਜਦੋਂ ਇੱਕ ਸ਼ਖਸ ਪਾਵਨ ਸਰੂਪਾਂ ਵਾਲੀ ਗੱਡੀ ਦੇ ਨਾਲ ਜਾ ਰਿਹਾ ਦੂਸਰੇ ਸੂਬੇ ਦੇ ਵਿੱਚ, ਜੀ, ਔਰ ਉਹਦੇ ਆਰਡਰ 'ਚ ਲਿਖਿਆ ਹੁੰਦਾ ਕਿ ਇਹਨਾਂ ਸਰੂਪਾਂ ਦੀ ਭੇਟਾ, ਬਣਦੀ ਭੇਟਾ ਜੀ। ਤੇ ਖਰਚ, ਸਫ਼ਰ ਖਰਚ ਲੈ ਕੇ ਆਉਣਾ ਜੀ। ਜੀ, ਜਦ ਤੱਕ ਉਹ ਸਾਰਾ ਕੁਝ ਜਮ੍ਹਾਂ ਨਹੀਂ ਕਰਾਉਂਦਾ, ਇਹ ਖਾਸ ਕਰਕੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਾ ਇੰਸਪੈਕਟਰ ਨੇ, ਜਿਹੜੇ ਸ਼੍ਰੋਮਣੀ ਕਮੇਟੀ ਦੇ ਰਾਗੀ ਸਾਹਿਬਾਨ ਨੇ, ਔਰ ਇੱਥੋਂ ਤੱਕ ਕਿ ਜਿਹੜੇ ਸਾਡੇ ਗ੍ਰੰਥੀ ਸਾਹਿਬਾਨ ਨੇ ਜਾਂ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੇ, ਉਹ ਵੀ ਜਾਂ ਪ੍ਰਚਾਰਕ ਸਾਹਿਬਾਨ ਨੇ, ਖਾਸ ਕਰਕੇ ਪ੍ਰਚਾਰਕ ਜਦੋਂ ਜਾਂਦੇ ਨੇ, ਉਹਨਾਂ ਦੇ ਹਰ ਹੁਕਮ ਦੇ ਵਿੱਚ ਲਿਖਿਆ ਹੁੰਦਾ ਕਿ ਉਥੋਂ ਭੇਟਾ ਜਿਹੜੀ ਆ ਜੀ। ਪਲੱਸ ਸੰਸਥਾ ਦੇ ਲਈ ਮਾਇਆ ਜਿਹੜੀ ਲੈ ਕੇ ਆਉਣੀ ਆ। ਜਦੋਂ ਤੱਕ ਉਹ ਲਿਆ ਕੇ ਜਮ੍ਹਾਂ ਨਹੀਂ ਕਰਾਉਂਦੇ, ਜੀ, ਉਦੋਂ ਤੱਕ ਉਹਨਾਂ ਦਾ TADA ਦਾ ਬਿੱਲ ਜਿਹੜਾ ਸਫਰ ਭੱਤਾ ਜਿਹਨੂੰ ਕਹਿੰਦੇ ਜੇ ਤੁਸੀਂ, ਉਹ ਤਸਦੀਕ ਨਹੀਂ ਹੁੰਦਾ, ਉਹ ਦਿੱਤਾ ਨਹੀਂ ਜਾਂਦਾ। ਮੈਨੂੰ ਇਹ ਵੀ ਬੜੀ ਹੈਰਾਨੀ ਹੈ ਕਿ ਇੱਕ ਕਲਰਕ ਜਾਂ ਕਲਰਕ ਦੇ ਪੱਧਰ ਦਾ ਪੋਸਟ ਵਾਲਾ ਬੰਦਾ ਹੈ ਜੀ। ਉਹ ਇੰਨਾ ਕੁਝ ਕਰ ਗਿਆ। ਹਾਂ, ਕਲਰਕ ਤੋਂ ਬਾਅਦ ਮੇਰੇ ਖਿਆਲ 5 ਕੇ 6 ਅਹੁਦੇ ਬਣਦੇ ਆ। ਬਿਲਕੁਲ। ਉਹਨਾਂ 5-6 ਅਹੁਦਿਆਂ ਵਾਲੇ ਲੋਕ ਕਿੱਥੇ ਚਲੇ ਗਏ? ਕਲਰਕ ਤੋਂ ਬਾਅਦ ਦੋ ਕਿਸਮ ਦੇ ਅਹੁਦੇ ਨੇ। ਇੱਕ ਅਕਾਊਂਟਸ ਕਲਰਕ ਨੇ ਜੀ, ਖਾਸ ਕਰਕੇ ਇਸ ਮਸਲੇ ਦੇ ਵਿੱਚ ਅਕਾਊਂਟਸ ਕਲਰਕ ਨੇ। ਅਕਾਊਂਟਸ ਕਲਰਕ ਤੋਂ ਤੇ ਬਾਅਦ ਚ ਸਹਾਇਕ ਸੁਪਰਵਾਈਜ਼ਰ ਆ ਜਾਂਦੇ ਨੇ। ਜੀ, ਸੁਪਰਵਾਈਜ਼ਰ ਆ ਜਾਂਦੇ, ਜਿਹੜੇ ਕਹਿ ਲਓ ਕਿ ਸਹਾਇਕ ਅਕਾਊਂਟੈਂਟ ਹੈ, ਚੀਫ ਅਕਾਊਂਟੈਂਟ ਹੈ, ਉਹਦੇ ਨਾਲ ਜੁੜਦੇ ਨੇ ਇੰਟਰਨਲ ਆਡੀਟਰ ਨੇ, ਗੁਰਦੁਆਰਾ ਇੰਸਪੈਕਸ਼ਨ ਬ੍ਰਾਂਚ ਹੈ, ਫਲਾਈਂਗ ਸਕਾਡ ਹੈ। ਸਰ ਇਹਦੇ ਨਾਲ ਸੁਪਰਵਾਈਜ਼ਰ, ਇੰਚਾਰਜ, ਮੀਤ ਸਕੱਤਰ, ਐਡੀਸ਼ਨਲ ਸਕੱਤਰ ਤੇ ਮੁੱਖ ਸਕੱਤਰ। ਇਹ
8-9 ਰੁਤਬੇ ਜਿਹੜੇ ਨੇ ਇਹ ਪੜਾਅ ਜਿਹੜੇ ਨੇ ਉਹ ਸਾਰੇ ਹੀ ਇੱਕ ਸ਼ਖਸ ਦੀ, ਮਾਫ ਕਰਨਾ, ਸ਼੍ਰੋਮਣੀ ਕਮੇਟੀ ਦਾ ਤੇਜਾ ਸਿੰਘ ਸਮੁੰਦਰੀ ਹਾਲ ਜਿਹੜਾ ਆ ਉਹਦੇ ਬਾਹਰ ਜਿਹੜਾ ਗੇਟ ਲੱਗਾ ਹੋਇਆ ਜੀ, ਉਸ ਗੇਟ ਦੇ ਲਾਗੇ 2 ਜਾਂ 4 ਇਹਨਾਂ ਦੇ ਆਪਣੇ ਟਾਸਕ ਫੋਰਸ ਦੇ ਲੋਕ ਖੜੇ ਹੁੰਦੇ ਨੇ ਜੀ। ਉਹ ਬੜੀ ਦੂਰੋਂ ਦੇਖ ਲੈਂਦੇ ਨੇ ਕਿ ਗੱਡੀ ਕਿਸੇ ਮੈਂਬਰ ਸਾਹਿਬਾਨ ਦੀ ਆ ਰਹੀ, ਉਹਨਾਂ ਦਾ ਕੰਮ ਹੈ ਗੱਡੀ ਗੇਟ ਖੋਲ੍ਹਣਾ ਜੀ। ਜਾਂ ਜੇ ਦੇਖਦੇ ਕਿ ਅੰਦਰੋਂ ਕੋਈ ਮੈਨੇਜਰ ਸਾਹਿਬ ਆ ਰਹੇ ਨੇ ਜਾਂ ਸਕੱਤਰ ਬਾਹਰ ਜਾ ਰਿਹਾ ਤਾਂ ਉਹ ਗੇਟ ਖੋਲ੍ਹਦੇ ਨੇ ਜੀ। ਇਹਦਾ ਮਤਲਬ ਕਿ ਉਹਨਾਂ ਦੇ ਉੱਤੇ ਨਿਗਾਹ ਰੱਖਣ ਲਈ ਉਹਨਾਂ ਤੇ ਪਾਬੰਦੀਆਂ ਇੰਨੀਆਂ ਸਖਤ ਨੇ ਜੀ ਕਿ ਉਹ ਅੱਖਾਂ ਖੋਲ ਕੇ ਬੈਠੇ ਨੇ। ਲੇਕਿਨ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੀ ਪ੍ਰਕਾਸ਼ਨਾ ਤੋਂ ਲੈ ਕੇ ਜਿਲਦ ਸਾਜੀ ਤੱਕ, ਜਿਲਦ ਸਾਜੀ ਤੋਂ ਗਾਂ ਸੰਗਤਾਂ ਨੂੰ ਭੇਟ ਕਰਨ ਤੱਕ, ਜੀ, ਉਹਨਾਂ ਦੀ ਮਾਇਆ ਲਿਆ ਕੇ ਖਾਤਿਆਂ 'ਚ ਜਮ੍ਹਾਂ ਕਰਨ ਤੱਕ, ਖਾਤੇ ਮੇਨਟੇਨ ਰੱਖਣ ਤੱਕ ਜ਼ਿੰਮੇਵਾਰ ਨੇ। ਉਹਨਾਂ ਦੇ ਉੱਤੇ ਕੋਈ ਕੁੰਡਾ ਨਹੀਂ ਹੈ। ਕਿਉਂ ਨਹੀਂ ਹੈ? ਸਵਾਲ ਤੇ ਇਹ ਆ। ਮੈਂ ਇੱਕ ਛੋਟੀ ਜਿਹੀ ਬੇਨਤੀ ਕਰਨ ਲੱਗਿਆ ਜੀ। ਦੇਖੋ, ਜਦੋਂ ਅਸੀਂ ਡਾਕਟਰ ਰੂਪ ਸਿੰਘ ਨੂੰ ਦੇਖਦੇ ਆ ਤੇ ਡਾਕਟਰ ਰੂਪ ਸਿੰਘ ਦੇ ਚਿਹਰੇ ਚੋਂ ਇੱਕ ਵਿਦਵਾਨ ਨਜ਼ਰ ਆਉਂਦਾ, ਜਿਵੇਂ ਆਮ ਧਾਰਨਾ ਹੈ। ਆਮ ਧਾਰਨਾ ਹੈ। ਡਾਕਟਰ ਰੂਪ ਸਿੰਘ ਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਤੇ ਸੰਪਾਦਿਤ ਕੀਤੀਆਂ, ਡਾਕਟਰੇਟ ਕੀਤੀ, ਰਿਸਰਚ ਕੀਤੀ ਜੀ। ਇਸ ਪੱਧਰ ਦਾ ਬੰਦਾ ਵੱਡਾ ਪ੍ਰਬੰਧਕ ਸਾਬਤ ਹੋਣਾ ਬਣਦਾ ਹੈ। ਬਿਲਕੁਲ। ਡਾਕਟਰ ਰੂਪ ਸਿੰਘ ਮੇਰੇ ਖਿਆਲ 'ਚ 2 ਸਾਲ ਤੋਂ 3 ਸਾਲ ਤੋਂ ਮੁੱਖ ਸਕੱਤਰ ਨੇ ਜੀ। 2017 ਤੋਂ ਜਦੋਂ ਹਰਚਰਨ ਸਿੰਘ ਜਿਹੜੇ ਨੇ ਸੇਵਾ ਮੁਕਤ ਹੋ ਜਾਂਦੇ ਨੇ। ਔਰ ਡਾਕਟਰ ਰੂਪ ਸਿੰਘ ਦੀ ਇਹ ਜ਼ਿੰਮੇਵਾਰੀ ਸੀ ਕਿ ਉਹ ਨਿੱਠ ਕੇ ਬਹਿ ਕੇ, ਮੈਂ ਤਾਂ ਹੁਣ ਵੀ ਕਹਿਣਾ ਕਿ ਉਹਨਾਂ ਨੇ ਅਸਤੀਫਾ ਦਿੱਤਾ। ਅਸਤੀਫਾ ਉਹਨਾਂ ਨੈਤਿਕ ਆਧਾਰ ਤੇ ਦਿੱਤਾ। ਉਹਨਾਂ ਨੂੰ ਲੱਗਦਾ ਹੈ ਕਿ ਮੈਂ ਤਾ ਉਮਰ ਸੇਵਾਵਾਂ ਦਿੱਤੀਆਂ ਜੀ। ਲੇਕਿਨ ਮੈਨੂੰ ਇਸ ਮੌਕੇ ਤੇ ਇਸ ਮਰਹਲੇ ਤੇ ਆ ਕੇ ਤਕਲੀਫ ਹੋਈ ਹੈ। ਉਹ ਰਿਜ਼ਾਈਨ ਦਿੰਦੇ ਆ, ਨਾਲ ਕਹਿੰਦੇ ਮੈਂ ਦੋਸ਼ੀ ਨਹੀਂ। ਲੇਕਿਨ ਜੀ, ਕਿੰਨਾ ਚੰਗਾ ਹੁੰਦਾ ਕਿ ਉਹਦੇ ਵਿੱਚ ਡਾਕਟਰ ਰੂਪ ਸਿੰਘ ਇਹ ਵੀ ਨਾਲ ਕਹਿੰਦੇ ਕਿ ਹਾਂ, ਮੇਰੀ ਜ਼ਿੰਮੇਵਾਰੀ ਆ ਅਖਲਾਕੀ, ਮੈਂ ਇਸ ਕੇਸ ਨੂੰ ਸੋਲਵ ਹੋਣ ਤੱਕ ਬਿਨਾਂ ਤਨਖਾਹ ਦੇ ਦਫ਼ਤਰ ਆਵਾਂਗਾ ਔਰ ਇਹਦੇ ਨਾਲ ਸੰਬੰਧਿਤ ਹਰ ਛੋਟੀ ਤੋਂ ਛੋਟੀ ਚੀਜ਼ ਦੀ ਘੋਖ ਕਰਾਂਗਾ ਔਰ ਜਿੰਨਾ ਚਿਰ ਮੈਂ ਇਹਨੂੰ ਕਿਸੇ ਅੰਜਾਮ ਤੱਕ ਨਹੀਂ ਖੜਦਾ ਉਹਨਾਂ ਚਿਰ ਮੈਂ ਆਪਣੀਆਂ ਸੇਵਾਵਾਂ ਬਿਨਾਂ ਕਿਸੇ ਭੇਟਾ ਤੋਂ ਦਿਆਂਗਾ। ਮੈਂ ਸੁਰਖਰੂ ਹੋ ਕੇ ਜਾਣਾ ਚਾਹੁੰਦਾ। ਅੱਜ ਵੀ ਉਹਨਾਂ ਨੂੰ ਇਹ ਕਰਨਾ ਚਾਹੀਦਾ ਕਿ ਡਾਕਟਰ ਰੂਪ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਕਹਿਣ ਕਿ ਮੈਂ ਪ੍ਰਧਾਨ ਸਾਹਿਬ ਦਫ਼ਤਰ ਆ ਰਿਹਾ ਔਰ ਮੈਂ ਹੋਰ ਕੋਈ ਵੀ ਕੰਮ ਕਰਨ ਦੀ ਬਜਾਏ ਇਸ ਜੋ ਵੀ ਜਿਹਨੂੰ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨਾਲ ਸੰਬੰਧਿਤ ਜੋ ਵੀ ਵਾਧ ਘਾਟ ਹੋਈ ਆ ਇਹਦੇ ਉੱਤੇ ਲਗਾਤਾਰ ਨਿੱਠ ਕੇ ਕੰਮ ਕਰੂੰਗਾ। ਮੈਨੂੰ ਤੁਸੀਂ ਇਹਦੇ ਲਈ ਅਲਾਓ ਕਰੋ। ਮੇਰਾ ਖਿਆਲ ਆ ਕੋਈ ਵੀ ਬੰਦਾ ਐਸਾ ਨਹੀਂ ਹੋਊਗਾ। ਮਨਜੀਤ ਸਿੰਘ ਦੀ ਬਾਤ ਦੀ ਵੀ ਇਹੀ ਜ਼ਿੰਮੇਵਾਰੀ ਬਣਦੀ ਆ ਔਰ ਇਹ ਲੋਕ ਕਿਉਂਕਿ ਉੱਪਰਲੇ ਅਹੁਦਿਆਂ ਤੇ ਸੀ, ਇਹਨਾਂ ਨੂੰ ਬਣਦਾ ਹੈ ਕਿ ਉਹ ਕੌਮ ਦੇ ਵਿੱਚ ਪੈ ਗਏ ਇਸ ਵੱਡੇ ਸੰਕਟ ਤੋਂ ਪਰਦਾ ਉਠਾਉਣ, ਬਜਾਏ ਇਹਦੇ ਕਿ ਕੋਈ ਇਹ ਕਹੀ ਜਾਵੇ ਕਿ ਇਹ ਹੋ ਜੂ, ਇਸ ਤਰ੍ਹਾਂ ਹੋ ਜੂ। ਮੈਨੂੰ ਇੰਜ ਲੱਗਦਾ ਕਿ ਗੁਰੂ ਗ੍ਰੰਥ ਸਾਹਿਬ ਨਾਲ ਸੰਬੰਧਿਤ ਕੋਈ ਵੀ ਵਿਵਾਦ ਹਰ ਸਿੱਖ ਦਾ ਵਿਵਾਦ ਆ ਤੇ ਜੇ ਇਹਨੂੰ ਹਵਾ ਦੇਣੀ ਆ ਤੇ ਚਲੋ ਅਸੀਂ ਵੀ ਸ਼ਾਮਲ ਹੋਨੇ, ਹਵਾ ਦੇ ਲਈਏ। ਲੇਕਿਨ ਜੇਕਰ ਬਤੌਰ ਸਿੱਖ ਤੁਸੀਂ ਸਮਝਦੇ ਹੋ ਸਨਮਾਨ ਦੀ ਗੱਲ ਆ ਤੇ ਫਿਰ ਇਹਦੇ ਉੱਤੇ ਤੁਹਾਨੂੰ ਸਿਧਾਂਤਕ ਫੈਸਲੇ ਕਰਨੇ ਹੋਣਗੇ। ਜਿਹੜੇ ਜ਼ਿੰਮੇਵਾਰ ਨੇ ਸਰਦਾਰ ਜੀ, ਜਿਹੜੇ ਵੀ ਜ਼ਿੰਮੇਵਾਰ ਨੇ, ਉਹਨਾਂ ਨੂੰ ਮਸਾਲੀ ਸਜ਼ਾਵਾਂ ਵੀ ਦੇਣੀਆਂ ਬਣਦੀਆਂ। ਉਹ ਇਹ ਕਹਿੰਦੇ ਆ ਕਿ ਅਸੀਂ ਸਮਰੱਥ ਹਾਂ, ਇਹ ਕਹਿੰਦੇ ਆ ਕਿ ਪੰਥਕ ਰਵਾਇਤਾਂ ਅਨੁਸਾਰ ਹੋਣੀਆਂ। ਇਹ ਦੇਖਣ ਕਿ ਇਹਨਾਂ ਨੇ ਕੀ ਕਰਨਾ ਹੈ, ਲੇਕਿਨ ਤਾਂ ਕਿ ਅੱਗੇ ਤੋਂ ਕੋਈ ਗਲਤੀ ਨਾ ਕਰੇ। ਇੱਥੇ ਗੱਲ ਮੁੱਕ ਨਹੀਂ ਜਾਣੀ ਚਾਹੀਦੀ, ਇਹ ਗੱਲ ਹੁਣ ਤੁਰਨੀ ਚਾਹੀਦੀ ਹੈ। ਔਰ ਫਿਰ ਦੇਖਣਾ ਹੋਊਗਾ ਕਿ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਪੁਲਿਸ ਨੂੰ ਜਾਂਚ ਨਹੀਂ ਦੇਣੀ, ਅਸੀਂ ਸਹਿਮਤ ਹਾਂ। ਧਾਰਮਿਕ ਸੰਸਥਾਵਾਂ 'ਚ ਪੁਲਿਸ ਦਾ ਦਖਲ ਬਹੁਤ ਜ਼ਿਆਦਾ ਫਾਇਦੇਮੰਦ ਨਹੀਂ ਹੁੰਦਾ। ਪੁਲਿਸ ਦਾ ਐਸਐਚਓ ਤੋਂ ਲੈ ਕੇ ਡੀਜੀਪੀ ਤੱਕ ਸਰਕਾਰਾਂ ਦੇ ਨਾਲ ਤੁਰਦਾ ਹੈ। ਸਰਕਾਰ ਜਦੋਂ ਚਾਹਣ ਪੁਲਿਸ ਦੇ ਰਾਹੀਂ ਕਿਸੇ ਸੰਸਥਾ ਦੇ ਵਿੱਚ ਦਖਲਅੰਦਾਜ਼ੀ ਕਰਵਾ ਸਕਦੀਆਂ, ਲੇਕਿਨ ਜੇਕਰ ਪੁਲਿਸ ਨਾਲੋਂ ਬਿਹਤਰ ਪ੍ਰਬੰਧ ਤੁਸੀਂ ਦਿਓਗੇ ਤਾਂ ਮੰਨਿਆ ਜਾਊਗਾ। ਲੇਕਿਨ ਜਦੋਂ ਤੁਸੀਂ ਜਿਸ ਮੀਟਿੰਗ 'ਚ ਫੈਸਲਾ ਕਰਦੇ ਹੋ ਕਿ ਅਸੀਂ ਪੁਲਿਸ ਤੋਂ ਨਹੀਂ ਕਰਾਵਾਂਗੇ, ਆਪਣੇ ਆਪ ਕਰਾਂਗੇ, ਉਹਦੇ ਵਿੱਚ ਤੁਸੀਂ ਦੂਜਾ ਪ੍ਰਾਵਧਾਨ ਪ੍ਰਬੰਧ ਨਹੀਂ ਦਿੰਦੇ, ਤੁਸੀਂ ਸ਼ੱਕ ਦੇ ਘੇਰੇ 'ਚ ਆਉਂਦੇ ਹੋ। ਇੱਕ ਗੱਲ ਬੜੀ ਸਾਫ਼ ਹੈ, ਜਿਹੜੀ ਇਸ ਜਾਂਚ ਕਮੇਟੀ ਦਾ ਸਿਰਫ ਇੱਕ ਖਾਤਾ ਦੇਖਿਆ ਜਾਵੇ, ਕਵਲਜੀਤ ਸਿੰਘ ਵਾਲਾ। ਜਾਂਚ ਕਮੇਟੀ ਕਹਿੰਦੀ ਕਿ 18/8/2015 ਨੂੰ ਜਦੋਂ ਇਹ ਖਾਤਾ ਦੇਖਿਆ ਜਾਂਦਾ ਜੀ, ਉਸ ਵੇਲੇ 328 ਸਰੂਪ ਘੱਟ ਸਨ ਜੀ।
ਲੇਕਿਨ ਨਾਲ ਇਹ ਕਿਹਾ ਜਾਂਦਾ ਕਿ 61 ਪਾਵਨ ਸਰੂਪ ਅਣਅਧਿਕਾਰਤ ਢੰਗ ਨਾਲ ਤਿਆਰ ਕਰਵਾ ਕੇ ਆਪਣੇ ਘਟਦੇ ਖਾਤੇ ਨੂੰ ਪੂਰਾ ਕਰਨ ਦਾ ਯਤਨ ਕੀਤਾ। ਇੱਕ ਸਵਾਲ ਹੈ ਇੱਥੇ, ਅਣਅਧਿਕਾਰਤ ਤੋਂ ਕੀ ਮਤਲਬ ਹੈ? ਉਹ ਕਾਗਜ਼ ਸੁਣੋ, ਉਹ ਕਾਗਜ਼ ਜਿਹੜਾ ਸ਼੍ਰੋਮਣੀ ਕਮੇਟੀ ਨੇ ਨਹੀਂ ਸੀ ਖਰੀਦ ਕੇ ਦਿੱਤਾ, ਸਿੱਧਾ ਬਾਹਰੋਂ ਖਰੀਦ ਲਿਆ। ਦੇਖੋ, ਜੇਕਰ ਸ਼੍ਰੋਮਣੀ ਕਮੇਟੀ ਵੱਲੋਂ ਖਰੀਦ ਕੇ ਦਿੱਤੇ ਗਏ ਕਾਗਜ਼ ਵਿੱਚੋਂ ਹੀ ਇਹ ਛਪਿਆ, ਫਿਰ ਅਣਅਧਿਕਾਰਤ ਨਹੀਂ ਹੋਏ। ਇਹ ਜਿਹੜਾ ਤੁਸੀਂ ਸਵਾਲ ਸਭ ਤੋਂ ਪਹਿਲਾਂ ਕੀਤਾ ਸੀ ਵੀ ਕਿੰਨੇ ਛਪਣੇ ਆ, ਇਹ 61 ਸਰੂਪ ਜਿਹੜੇ ਨੇ ਜਦੋਂ ਅੰਕ ਪਏ ਸੀ ਉੱਥੇ ਉਹਨਾਂ ਦੀ ਜਲਦਸਾਜ਼ੀ ਹੋਣੀ ਸੀ। ਉਸ ਵੇਲੇ ਜ਼ਰੂਰੀ ਸੀ ਕਿ ਕਿਸੇ ਸਕੱਤਰ ਦੀ ਇਜਾਜ਼ਤ ਲਈ ਜਾਂਦੀ ਕਿ 61 ਸਰੂਪ ਜਿਹੜੇ ਨੇ ਉਹਨਾਂ ਦੇ ਅੰਕ ਪਏ ਨੇ, ਅਸੀਂ ਇਹ ਤਿਆਰ ਕਰਵਾ ਕੇ ਸਟਾਕ ਦੇ ਵਿੱਚ ਰੱਖਣੇ ਨੇ। ਮਤਲਬ ਉਹਦੇ ਲਈ ਪ੍ਰਵਾਨਗੀ ਆਗਿਆ ਨਹੀਂ ਲਈ, ਪ੍ਰਵਾਨਗੀ ਨਹੀਂ ਲਈ। ਔਰ ਜਾਂਚ ਕਮਿਸ਼ਨ ਇਹ ਵੀ ਕਹਿ ਰਿਹਾ ਕਿ 125 ਹੋਰ ਪਾਵਨ ਸਰੂਪ ਜੀ 31 ਮਈ ਤੱਕ, 31 ਮਈ ਤੋਂ ਪਹਿਲਾਂ ਤਿਆਰ ਕਰ ਲਏ ਗਏ ਅਣਅਧਿਕਾਰਤ ਤੌਰ ਤੇ। ਔਰ ਨਾਲ ਇਹ ਵੀ ਆ ਕਿ ਜਿਹੜੇ ਸਰੂਪ ਸੀ ਅੱਜ ਵੀ ਜਿਲਦ ਸਾਜ਼ਾਂ ਦੇ ਕੋਲ ਪਏ ਨੇ ਹਾਲ ਨੰਬਰ 3 'ਚ, ਉਹਨਾਂ ਦੀ ਜਿਲਦਬੰਦੀ ਨਹੀਂ ਹੋਈ, ਸਿਰਫ ਜਿਹਨੂੰ ਕਹਿ ਲਓ ਸਿਲਾਈ ਜਿਹੜੀ ਧਾਗੇ ਨਾਲ ਕਰਦੇ ਆ ਉਹ ਹੋਈ ਆ। ਇਹਦਾ ਮਤਲਬ ਇਹ ਹੈ ਕਿ ਇਹ 125 ਜਮਾ 61, ਹਾਂ 186, ਇਹ 186 ਸਰੂਪ ਜੀ ਕਾਲੀ ਦੇ ਵਿੱਚ ਯਤਨ ਕੀਤਾ ਗਿਆ ਬਿਲਕੁਲ ਕਿ ਇਹ ਜੋ ਵਾਧ ਘਾਟ ਹੈ ਇਹਨੂੰ ਦਰੁਸਤ ਕਰ ਲਿਆ ਜਾਵੇ ਜੀ। ਲੇਕਿਨ ਇਹਦੇ ਲਈ ਕਿਸ ਸਕੱਤਰ ਪੱਧਰ ਦੇ ਜਾਂ ਕਿਸ ਮੀਤ ਸਕੱਤਰ ਪੱਧਰ ਦੇ ਜਾਂ ਕਿਸ ਇੰਚਾਰਜ ਪੱਧਰ ਦੇ ਬੰਦੇ ਵੱਲੋਂ ਹਰੀ ਝੰਡੀ ਦਿੱਤੀ ਗਈ? ਬਿਲਕੁਲ। ਜੇ ਆਗਿਆ ਨਹੀਂ ਵੀ ਦਿੱਤੀ ਗਈ ਸਰਦਾਰ ਜੀ, ਕਾਗਜ਼ ਲਿਆਂਦਾ ਗਿਆ, ਕਿੱਥੋਂ ਲਿਆਂਦਾ ਗਿਆ? ਸ਼੍ਰੋਮਣੀ ਕਮੇਟੀ ਦੇ ਬਜਟ ਵਿੱਚੋਂ ਗਿਆ ਪੈਸਾ, ਕਿਸੇ ਨੇ ਨਿੱਜੀ ਜੇਬ ਦੇ ਵਿੱਚੋਂ ਉਹ ਕਾਗਜ਼ ਜਾਂ ਬਾਕੀ ਚੀਜ਼ਾਂ ਖਰੀਦੀਆਂ, ਸ਼ਾਹੀ ਖਰੀਦੀ, ਬਾਕੀ ਚੀਜ਼ਾਂ। ਸੋ ਇਹ ਵੱਡੇ ਸਵਾਲ ਨੇ। ਤਾਂ ਹੀ ਇਹ ਸਵਾਲ ਬੜਾ ਕਲੀਅਰ ਕੀਤਾ ਜੀ। ਜਾਂਚ ਦੇ ਵਿੱਚ, ਜਾਂਚ ਰਿਪੋਰਟ ਸਭ ਤੋਂ ਪਹਿਲਾਂ ਨਾ ਕਵਲਜੀਤ ਸਿੰਘ ਦਾ, ਪਹਿਲਾਂ ਜਾਂਚ ਕਮਿਸ਼ਨ ਕਹਿੰਦਾ ਕਿ ਇਹ 61 ਪਾਵਨ ਸਰੂਪ ਜਿਹੜੇ ਨੇ ਅਣਅਧਿਕਾਰਤ ਢੰਗ ਨਾਲ ਤਿਆਰ ਕਰਵਾਏ ਨੇ ਕਵਲਜੀਤ ਸਿੰਘ ਨੇ ਜੀ। 125 ਵੀ ਉਹਨ ਤਿਆਰ ਕਰਵਾਏ ਨੇ। ਲੇਕਿਨ ਅਗਲੇ ਪੈਰੇ ਦੇ ਵਿੱਚ ਜਾਂਚ ਕਮਿਸ਼ਨ ਗੱਲ ਕਰ ਰਿਹਾ ਗੁਰਬਚਨ ਸਿੰਘ ਮੀਤ ਸਕੱਤਰ ਦੀ। ਅੱਛਾ ਜੀ। ਹੁਣ ਗੁਰਬਚਨ ਸਿੰਘ ਮੀਤ ਸਕੱਤਰ ਮਾਰਚ 2018 ਦੇ ਵਿੱਚ ਉੱਥੇ ਜਾਂਦੇ ਨੇ ਜੀ। ਇਹ ਪਹਿਲਾਂ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਦੇ ਵਿੱਚ ਬਕਾਇਦਾ ਸਨ। ਠੀਕ ਹੈ। ਇਹਨਾਂ ਦੀ ਹੈਗੀ ਨਿਯੁਕਤੀ ਸੀ ਉੱਥੇ ਜਥੇਦਾਰ ਸਾਹਿਬ ਦੇ ਨਾਲ। ਉਹ ਕਹਿੰਦੇ ਨੇ ਕਿ ਜਾਂਚ ਕਮਿਸ਼ਨ ਕਹਿੰਦਾ ਕਿ ਜਿਹੜਾ ਦੋ ਜਿਲਦ ਸਾਜ਼ ਨੇ ਜੀ, ਜਸਪ੍ਰੀਤ ਸਿੰਘ ਤੇ ਕੁਲਵੰਤ ਸਿੰਘ, ਉਹਨਾਂ ਦੇ ਕੋਲੋਂ ਇੱਕ ਦਰਖਾਸਤ ਲਿਖਾਈ ਜਾਂਦੀ ਆ ਕਿ ਇਹ ਪਾਵਨ ਸਰੂਪ ਜਿਹੜੇ ਨੇ ਅੰਦਰ ਜਿਹੜੇ ਅੰਕ ਪਏ ਨੇ ਇਹਨੂੰ ਤਿਆਰ ਕਰਕੇ ਇਜਾਜ਼ਤ ਦਿੱਤੀ ਜਾਵੇ ਜੀ। ਲੇਕਿਨ ਸਾਹ ਗੁਰਬਚਨ ਸਿੰਘ ਮੀਤ ਸਕੱਤਰ ਜਿਹੜੇ ਨੇ ਉਸ ਦਰਖਾਸਤ ਦੇ ਉੱਤੇ ਤਰੀਕ ਜਿਹੜੀ 2019 ਦੀ ਪਾਉਂਦੇ ਨੇ। ਉਹ ਕਿਉਂ? 186 ਸਰੂਪ ਜਿਹੜੇ ਨੇ ਅੰਦਰ ਪਏ ਸੀ, ਉਹਨਾਂ ਨੂੰ ਤਿਆਰ ਕਰਾਉਣ ਲਈ ਤਿਆਰੀ ਸ਼ੁਰੂ ਹੋ ਗਈ। ਫਿਰ ਇਹ ਕਵਲਜੀਤ ਨੇ ਕਿੱਦਾਂ ਕਰਾਏ? ਜੇ ਸਵਾਲ ਤੇ ਹੈ ਇਹੋ ਅਸੀਂ, ਜੇ ਇਹ ਸਾਡੇ ਦੋਸਤਾਂ ਦੇ ਲਈ ਹੈ ਕਿ ਜੇ ਅਸੀਂ ਇਸ ਜਾਂਚ ਰਿਪੋਰਟ ਨੂੰ ਇੱਕ ਦਿਨ ਘੋਖਿਆ ਤੇ ਉਹਦੇ ਚੋਂ ਇਹ ਹਕੀਕਤ ਇੱਕ ਸਾਹਮਣੇ ਆ ਰਹੀ ਹੈ ਜੀ ਕਿ ਘੱਟੋ ਘੱਟ 61 ਸਰੂਪ ਜੇ ਇਹ ਕਵਲਜੀਤ ਸਿੰਘ ਨੇ ਤਿਆਰ ਕਰਵਾਏ ਸਨ ਜੀ, ਅਣਅਧਿਕਾਰਤ ਸਨ। ਔਰ ਬਾਅਦ ਦੇ ਵਿੱਚ ਜਾਂਚ ਕਮਿਸ਼ਨ ਇਹ ਵੀ ਲਿਖਦਾ ਕਿ ਇਹ 61 ਸਰੂਪ ਉਸਨੇ ਖਾਤੇ ਦੇ ਵਿੱਚ ਜਮ੍ਹਾਂ ਨਹੀਂ ਕਰਾਏ ਜੀ। ਜੇ ਖਾਤੇ 'ਚ ਜਮ੍ਹਾਂ ਹੋ ਜਾਂਦੇ ਤੇ ਫਿਰ ਵਾਕਿਆ ਹੀ 18/8/2015 ਨੂੰ 267 ਸਰੂਪ ਘਟਦੇ ਸਨ, ਜਿਹਦੀ ਤਸਦੀਕ 31 ਮਈ ਤੱਕ ਸ਼੍ਰੋਮਣੀ ਕਮੇਟੀ ਦੀ ਜਾਂਚ ਕਮੇਟੀ ਕਰਦੀ ਹੈ। ਇੰਟਰਨਲ। ਹਾਂ, ਇਹ ਬੜੀ ਧਿਆਨ ਨਾਲ ਦੇਖਣ ਵਾਲੀ ਗੱਲ ਆ ਕਿ 267 ਸਰੂਪਾਂ ਦਾ ਰੌਲਾ ਪੈਂਦਾ ਰਿਹਾ। ਬਿਲਕੁਲ ਉੱਥੋਂ ਹੀ ਸਾਰਾ ਰੌਲਾ ਪਿਆ, ਉੱਥੋਂ ਹੀ ਅੱਗੇ ਐਗਜ਼ੈਕਟਿਵ ਬਾਡੀ ਜਿਹੜੀ ਆ ਅਕਾਲ ਤਖਤ ਸਕੱਤਰੇਤ ਨੂੰ ਜਾਂਚ ਸੌਂਪਦੀ ਹੈ, ਫਿਰ ਅੱਗੇ ਈਸ਼ਰ ਸਿੰਘ ਵਾਲੀ ਜਾਂਚ ਰਿਪੋਰਟ ਆਉਂਦੀ। ਲੇਕਿਨ 267 ਵਾਲਾ ਪ੍ਰਬੰਧ ਮੁਕੰਮਲ ਕਰ ਲਿਆ ਗਿਆ ਸੀ, ਜਿਹਦੇ ਵਿੱਚੋਂ 186 ਸਰੂਪ ਇਹ ਔਰ 81
ਨਹੀਂ ਸੁਣੋ ਹਾਂ ਜੀ 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 81 ਸਰੂਪ ਜਿਨ੍ਹਾਂ ਦਾ ਬਾਅਦ ਦੇ ਵਿੱਚ ਰੌਲਾ ਪਿਆ ਬਿਲਕੁਲ, ਕਿ ਉਹਨਾਂ ਨੂੰ ਅਗਨ ਭੇਟ ਜਾਂ ਉਹਨਾਂ ਨੂੰ ਗੋਇੰਦਵਾਲ ਸਾਹਿਬ ਡਿਸਪੋਜ਼ ਆਫ 80 ਉਹੀ 80 ਕਿਹਾ ਸੀ 80 ਸਰੂਪਾਂ ਜਿਨ੍ਹਾਂ ਦੇ ਬਾਅਦ ਚ ਵੀ ਗੱਲ ਹੋਈ ਹੈ ਕਿ ਉਹਨਾਂ ਨੂੰ ਬਾਰੋ ਬਾਰ ਐਡਜਸਟ ਕਰਨ ਦੀ ਕੋਸ਼ਿਸ਼ 186 ਸਰੂਪ ਇਹ 80 ਸਰੂਪ ਉਹ 200 ਜਿਹਦੀ ਕਵਲਜੀਤ ਸਿੰਘ ਇਜਾਜ਼ਤ ਮੰਗਦਾ 20 ਫਰਵਰੀ ਨੂੰ ਕਿ ਇਹ ਉਸ ਵੇਲੇ 80 ਸਰੂਪ ਜਿਹੜੇ ਸੀ ਗਏ ਸਨ 15 ਪਹਿਲੇ ਦਿਨ 19 ਮਈ ਨੂੰ ਤੇ ਬਾਕੀ 31 ਮਈ ਨੂੰ 65 ਉਹਦੇ ਉੱਤੇ ਸਾਈਨ ਵੀ ਸਕੱਤਰਾਂ ਦੇ ਵੱਖ-ਵੱਖ ਉਸ ਤੋਂ ਬਾਅਦ ਉਹਦੇ ਉੱਤੇ ਹੀ ਸਾਰੂਪ ਸਿੰਘ ਜਿਹੜੇ ਨੇ ਉਹ ਕਹਿੰਦੇ ਨੇ ਮੀਤ ਸਕੱਤਰ ਰਿਪੋਰਟ ਕਰੇ ਇਹਦੇ ਉੱਤੇ ਹਾਂ ਵੀ ਇਹਨੂੰ ਵੈਰੀਫਾਈ ਕਰਕੇ ਆਵੇ ਇਹਨੂੰ ਵੈਰੀਫਾਈ ਕਰੋ ਮਤਲਬ 267 ਸਰੂਪ ਦਾ ਰੌਲਾ ਪੈਂਦਾ ਲੇਕਿਨ 186 ਸਰੂਪ ਤਿਆਰ ਕਰਵਾ ਲਏ ਗਏ ਸੀ ਸਿਰਫ ਜਲਦਾ ਵੱਜਣ ਵਾਲੀਆਂ ਰਹਿ ਗਈਆਂ ਸੀ ਲੇਕਿਨ 80 ਸਰੂਪਾਂ ਦੀ ਪ੍ਰਵਾਨਗੀ ਮੰਗ ਲਈ ਗਈ ਸੀ ਕਿ ਅਸੀਂ ਗੋਇੰਦਵਾਲ ਸਾਹਿਬ ਕਿਉਂ ਮੰਗੀ ਗਈ ਕਿਉਂਕਿ ਜੇ ਕਿਤੇ 19 ਮਈ ਨੂੰ ਜਿਹੜੇ 5 ਸਰੂਪ ਅਗਨ ਭੇਟ ਹੋਏ ਸੀ ਔਰ 9 ਪਾਣੀ ਦੇ ਨਾਲ ਨੁਕਸਾਨੇ ਗਏ ਸੀ ਤੇ ਜਿਹੜੇ 31 ਮਈ ਨੂੰ ਉਸ ਵੇਲੇ 2016 ਦੇ ਵਿੱਚ ਸਰੂਪ ਜਿਹੜੇ ਸੀ ਉੱਥੇ ਭੇਜੇ ਗਏ ਕਵਲਜੀਤ ਦੀ ਚਿੱਠੀ ਦੇ ਆਫਿਸ ਨੋਟ ਦੇ ਅਨੁਸਾਰ ਤੇ ਫਿਰ ਵਾਕਿਆ ਹੀ ਇਹ ਸਾਰਾ ਕੁਝ 266 ਸਰੂਪ ਜਿਹੜੇ ਸੀ ਉਹ ਸਾਫ਼ ਹੋ ਜਾਂਦੇ ਸਨ ਉਦੋਂ ਤੱਕ ਇੰਜ ਲੱਗਦਾ ਸੀ ਕਿ ਜੇ ਗੱਲ ਬਹੁਤ ਬਾਹਰ ਨਾ ਆਉਂਦੀ ਤੇ ਸਭ ਕੁਝ ਠੱਪ ਕਰ ਜਾਂਦਾ ਨੱਪ ਲਿਆ ਜਾਂਦਾ ਐਡਰੈਸ ਕਰ ਲਿਆ ਗਿਆ ਸੀ ਠੱਪ ਲਈ ਗਈ ਸੀ ਮਸਲਾ ਹੱਲ ਕਰ ਲਿਆ ਗਿਆ ਸੀ 186 ਛਪਵਾ ਲਏ ਸੀ ਜੀ ਜਲਦਾਂ ਵੱਜਣ ਵਾਲੀਆਂ ਰਹਿ ਗਈਆਂ ਸੀ 80 ਦੀ ਪ੍ਰਵਾਨਗੀ ਮੰਗ ਲਈ ਸੀ ਸੋ 287 ਲੇਕਿਨ ਇਸ ਦੇ ਨਾਲ ਹੀ ਇਹ ਸਾਰੀ ਖੇਡ ਉਦੋਂ ਖਿੰਡਰ ਗਈ ਜਦੋਂ ਕਵਲਜੀਤ ਸਿੰਘ ਕੋਲੋਂ ਇਹ ਲਿਖਵਾ ਲਿਆ ਗਿਆ ਕਿ ਜਿਹੜੇ 267 ਸਰੂਪ ਘਟਦੇ ਨੇ ਜੀ ਮੈਂ ਉਹਨਾਂ ਦੇ ਪੈਸੇ ਜਮ੍ਹਾਂ ਕਰਾ ਦਾਂਗਾ ਉਹ ਤਾਂ ਦੇਖੋ ਗੱਲ ਇਹ ਆ ਕਿ ਇਹ ਬੇਨਿਜਮੀਆਂ ਇੰਨੀਆਂ ਸੀ ਜਾਂ ਤੇ ਉਹ ਡਰ ਬਹੁਤ ਗਿਆ ਬਿਲਕੁਲ ਜਾਂ ਤੇ ਉਹਨੂੰ ਲੱਗਿਆ ਕਿ ਇਹਦੇ ਵਿੱਚ ਲੰਬੇ ਚੱਕਰ ਚ ਪੈਣ ਦੀ ਬਜਾਏ ਨਿਕਲ ਜਾਓ ਬਹਿ ਕੇ ਲੇਕਿਨ ਕੁਦਰਤ ਬੜੀ ਬੇਅੰਤ ਆ ਮਸਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੀ ਸਿੱਖਾਂ ਦੀਆਂ ਭਾਵਨਾਵਾਂ ਦਾ ਸੀ ਅਸਲ ਦੇ ਵਿੱਚ ਪ੍ਰਬੰਧ ਦਾ ਐਕਸਪੋਜ਼ ਹੋਣਾ ਕਿ ਪ੍ਰਬੰਧ ਕਿੰਨਾ ਨਾਕਸ ਸੀ ਕਿੰਨਾ ਅਸੀਂ ਬੇਜ਼ਿੰਮੇਵਾਰੀ ਜਿਹਨੂੰ ਕਹਿੰਦੇ ਗੈਰ ਜ਼ਿੰਮੇਵਾਰ ਉਹਨਾਂ ਤਰੀਕੇ ਨਾਲ ਕੀਤਾ ਸੀ ਉਹਦੇ ਵਿੱਚ ਉੱਪਰ ਤੋਂ ਲੈ ਕੇ ਥੱਲੇ ਤੱਕ ਜਿੰਨੇ ਵੀ ਲੋਕ ਜ਼ਿੰਮੇਵਾਰ ਹੈ ਉਹਨਾਂ ਨੂੰ اخلاقی ਤੇ ਨੈਤਿਕ ਜ਼ਿੰਮੇਵਾਰੀ ਲੈਣੀ ਪੈਂਦੀ ਇਹਦੇ ਨਾਲ ਜਿਹੜਾ ਦੋ ਅਹਿਮ ਜਿਲਦ ਸਾਜ਼ ਨੇ ਜੀ ਜਸਪ੍ਰੀਤ ਸਿੰਘ ਤੇ ਕੁਲਵੰਤ ਸਿੰਘ ਜਦੋਂ ਉਹਨਾਂ ਦਾ ਜ਼ਿਕਰ ਕਰਦਾ ਜਾਂਚ ਕਮਿਸ਼ਨ ਉਹ ਸਾਫ਼ ਕਹਿੰਦਾ ਕਿ ਸਾਡੇ ਕੋਲ ਜਿੰਨੇ ਸਾਡੀ ਲੋੜ ਹੁੰਦੀ ਸੀ ਉਹਦੇ ਤੋਂ ਵੱਧ ਪਾਵਨ ਸਰੂਪ ਦੇ ਅੰਗ ਭੇਜੇ ਜਾਂਦੇ ਸਨ ਉਹ ਕੌਣ ਭੇਜਦਾ ਸੀ ਥੱਲੇ ਪ੍ਰੈਸ ਪਬਲਿਕੇਸ਼ਨ ਵਾਲੇ ਨਹੀਂ ਸਵਾਲ ਤੇ ਇਹ ਹੈ ਆਫਸੈਟ ਪ੍ਰੈਸ ਜਿਹੜੀ ਥੱਲੇ ਛਾਪਦੀ ਸੀ ਮੇਰਾ ਕਹਿਣ ਦਾ ਮਤਲਬ ਹੈ ਕਿ ਇਹਦੇ ਸੰਬੰਧੀ ਫਰਦਰ ਹੁਣ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਬਿਲਕੁਲ ਉਹ ਸਪਸ਼ਟ ਕਰਨਾ ਅੱਛਾ ਇੱਕ ਸਭ ਤੋਂ ਵੱਡਾ ਸਵਾਲ ਮੇਰੇ ਖਿਆਲ ਅਸੀਂ ਸਾਰਾ ਡਿਸਕਸ ਕਰ ਹੀ ਲਿਆ ਜੀ ਲੇਕਿਨ ਸਭ ਤੋਂ ਵੱਡਾ ਸਵਾਲ ਹੈ ਕਿ ਡਾਕਟਰ ਰੂਪ ਸਿੰਘ ਮਨਜੀਤ ਸਿੰਘ ਬਾਠ ਹੋਰ ਵੀ ਨਿਸ਼ਾਨ ਸਿੰਘ ਦਾ ਜ਼ਿਕਰ ਨਿਸ਼ਾਨ ਸਿੰਘ ਦਾ ਜ਼ਿਕਰ ਔਰ ਬਾਕੀ ਜਿਹੜੇ ਅਧਿਕਾਰੀ ਜਿਨ੍ਹਾਂ ਨੂੰ ਇਹਦੇ ਵਿੱਚ ਅਣਗਹਿਲੀ ਕਾਰਨ ਸ਼ਬਦ ਹੀ ਵਰਤਿਆ ਗਿਆ ਜੀ ਦੇਖੋ ਜਿਹੜਾ ਬਾਜ ਸਿੰਘਾਂ ਨੂੰ ਨੌਕਰੀ ਤੋਂ ਡਿਸਮਿਸ ਕੀਤਾ ਗਿਆ ਜੀ ਗੁਰਬਚਨ ਸਿੰਘ ਮੀਤ ਸਕੱਤਰ ਜਿਹੜਾ ਉਹਨੂੰ ਡਿਸਮਿਸ ਕੀਤਾ ਗਿਆ ਕਵਲਜੀਤ ਸਿੰਘ ਜਿਹੜਾ ਉਹਨੂੰ ਡਿਸਮਿਸ ਕੀਤਾ ਗਿਆ ਸੋ ਇੱਕ ਦਲਬੀਰ ਸਿੰਘ ਹੈਲਪਰ ਹੈ ਉਹਦੇ ਉੱਪਰ ਦੋਸ਼ ਹੈ ਕਿ ਉਸ ਨੇ 52 ਦਰਮਿਆਨਾ ਆਕਾਰ ਦੇ ਸਰੂਪ ਭੇਟਾ ਸਹਿਤ ਵੰਡੇ ਜੀ ਹੁਣ ਇੱਥੇ ਦੇਖੋ 52 ਸਰੂਪ ਭੇਟਾ ਸਹਿਤ ਵੰਡੇ ਲੇਕਿਨ ਲੈਦਰ ਦੇ ਵਿੱਚ ਕਵਲਜੀਤ ਸਿੰਘ ਹੋਰਾਂ ਨੇ 90 ਦਰਜ ਕੀਤੇ ਇਹ 38 ਸਰੂਪਾਂ ਦਾ ਇੱਕ ਹੋਰ ਜਿਹੜਾ ਘਪਲਾ ਹੈ ਕਿ ਇਹ 38 ਸਰੂਪ ਕਿੱਥੇ ਗਏ ਫਿਰ ਇਹੀ ਸਭ ਤੋਂ ਵੱਡੀ ਗੱਲ ਮੈਂ ਕਹਿ ਰਿਹਾ ਸੀ ਜਦੋਂ ਮੈਂ ਇਹ ਕੁਝ ਮੀਤ ਸਕੱਤਰਾਂ ਔਰ ਸਕੱਤਰਾਂ ਦਾ ਜ਼ਿਕਰ ਕਰ ਰਿਹਾ ਸੀ ਕਿ ਇਹਨਾਂ ਨੂੰ ਉਸ ਪ੍ਰਬੰਧ ਦੀ ਜ਼ਿਆਦਾ ਜ਼ਿੰਮੇਵਾਰੀ ਹੈ ਸਾਲਾਂ ਤੱਕ ਇਹ ਨਿਭੇ ਨੇ ਮੁਲਾਜ਼ਮਾਂ ਦੇ ਨਾਲ ਇਹ ਆਉਣ ਆ ਕੇ ਸਾਹਮਣੇ ਪ੍ਰਧਾਨ ਤੋਂ ਪਰਮਿਸ਼ਨ ਲੈਣ ਜਾਂ ਜੋ ਵੀ ਤੌਰ ਤਰੀਕਾ ਹੈ ਇੱਕ ਸਪਸ਼ਟ ਕਰਨ ਕਿ ਜਿਹੜੇ ਸਰੂਪ ਗਏ ਆ ਉਹ ਕਿੰਨਾ ਲੋਕਾਂ ਨੂੰ ਦਿੱਤੇ ਗਏ ਆ ਇਹ ਵੱਡਾ ਸਵਾਲ ਆ ਇਹ ਫਾਰਗ ਤਾਂ ਹੀ ਹੋਣਗੇ ਮਾਨਸਿਕ ਤੌਰ ਤੇ ਤਾਂ ਹੀ ਸੁਰਖਰੂ ਹੋਣਗੇ ਜੇਕਰ ਇਸ ਦੱਸ ਪਾਉਣ ਕਿ ਇਹ ਸਭ ਕੁਝ ਕਿੰਜ ਵਾਪਰਦਾ ਰਿਹਾ ਆਖਰ ਕੋਈ ਤੇ ਰਿਕਾਰਡ ਰੱਖਿਆ ਹੋਊਗਾ
ਗੁਨਾਹ ਨਹੀਂ ਕੀਤਾ ਕਿਸੇ ਥੱਲੇ ਦੇ ਅਧਿਕਾਰੀ ਨੇ, ਔਰ ਇਹਦੇ ਚ ਇੱਕ ਹੋਰ ਚੀਜ਼ ਹੈ ਜਿਹੜਾ ਰਿਕਾਰਡ ਰੱਖਿਆ ਹੋਊਗਾ। ਇੱਕ ਹੋਰ ਜਿਹੜਾ ਮੀਤ ਸਕੱਤਰ ਆ ਜਿਹਨੂੰ ਮੁਅੱਤਲ ਕੀਤਾ ਗਿਆ, ਸਤਿੰਦਰ ਸਿੰਘ ਜੀ, ਜਿਹੜਾ ਕਿ ਚਾਰਟਰਡ ਕੰਪਨੀ ਦੇ ਨਾਲ ਜੁੜਿਆ ਰਿਹਾ ਪਹਿਲਾਂ, ਜਿਹਦੇ ਤੇ ਹਰਪਾਲ ਸਿੰਘ ਨੇ ਵੀ ਦੋਸ਼ ਲਾਏ। ਇਹਦੇ ਤੇ ਹਰਪਾਲ ਸਿੰਘ ਨੇ ਦੋਸ਼ ਲਾਏ ਕਿ ਅਸੀਂ ਜਦੋਂ ਇਹਦੇ ਕੋਲੋਂ ਡਾਕੂਮੈਂਟਸ ਮੰਗੇ, ਉਹ ਆਡਿਟ ਕਿਹੜਾ ਸੀ 2012-13 ਦਾ। ਜੀ, ਅਹਿਮ ਇਹ ਆ ਕਿ ਜਿਹੜੀ ਬਾਜ ਸਿੰਘ ਦੇ ਦੁਆਲੇ ਜਾਂਚ ਘੁੰਮਦੀ ਆ ਉਹ 2013-14 ਤੋਂ ਸ਼ੁਰੂ ਹੋ ਜਾਂਦੀ ਹੈ। ਜੀ, ਜਿਹੜੀ ਜਾਂਚ ਹਰਪਾਲ ਸਿੰਘ ਕਰਨ ਆਏ ਸੀ ਉਹ 2012-13 ਤੋਂ ਸੀ। ਜੀ, ਇਹਦਾ ਮਤਲਬ ਕਿ ਤੁਹਾਨੂੰ ਅਜੇ ਇਸ ਸ਼੍ਰੋਮਣੀ ਕਮੇਟੀ ਦੀ ਜਾਂਚ ਕਮਿਸ਼ਨ ਜਿਹੜਾ ਆਪਣਾ ਸੀ, ਚਾਹੇ ਉਹ ਫਲਾਈਂਗ ਸਕਾਡ ਸੀ, ਜੀ, ਚਾਹੇ ਉਹਦੇ ਮੁਖੀ ਮਨਜੀਤ ਸਿੰਘ ਸਨ, ਚਾਹੇ ਮੌਜੂਦਾ ਪ੍ਰਧਾਨ ਦੇ ਨਿੱਜੀ ਪੀਏ, ਕਿਉਂਕਿ ਕਰਦੇ ਕੀ ਨੇ ਕਿ ਜਿਹੜਾ ਪ੍ਰਧਾਨ ਸਾਹਿਬ ਦਾ ਪੀਏ ਆਉਂਦਾ ਜੀ, ਉਹਨੂੰ ਫਲਾਈਂਗ ਸਕਾਡ ਦਾ ਇੰਚਾਰਜ ਲਾ ਦਿੰਦੇ। ਅੱਛਾ। ਔਰ ਜ਼ਿਆਦਾਤਰ ਕੇਸਾਂ ਦੇ ਵਿੱਚ ਕੀ ਹੁੰਦਾ ਕਿ ਉਹ ਫਲਾਈਂਗ ਸਕਾਡ ਉਧਰ ਹੀ ਜਾਂਦੀ ਹੈ, ਉਹ ਮੁੱਖ ਸਕੱਤਰ ਵੱਲ ਨਹੀਂ ਜਾਂਦੀ। ਫਿਰ ਅੱਛਾ, ਇਹ ਬੜਾ ਅੱਛਾ, ਇਹ ਵੀ ਇੱਕ ਸ਼੍ਰੋਮਣੀ ਕਮੇਟੀ 'ਚ ਸਦਾ ਰਿਹਾ ਕਿ ਤੁਹਾਡਾ ਮੁੱਖ ਪ੍ਰਬੰਧਕ ਮੁੱਖ ਸਕੱਤਰ ਹੈ ਹਾਂ। ਕਿ ਪ੍ਰਧਾਨ ਦਾ ਪੀਏ, ਇਹਨਾਂ ਦੋਵਾਂ ਦੇ ਵਿੱਚ ਪਾਵਰ ਲੜਾਈ ਚੱਲਦੀ ਰਹਿੰਦੀ। ਦੇਖੋ, ਉਹ ਸ਼੍ਰੋਮਣੀ ਕਮੇਟੀ 'ਚ ਆਮ ਇੱਕ ਕਹਾਵਤ ਹੈ ਕਿ ਪੁੱਛੋ ਜਾ ਕੇ ਪ੍ਰਿੰਸੀਪਲ ਸਾਹਿਬ ਕਿੱਥੇ ਨੇ, ਕਹਿੰਦੇ ਉਹ ਅੰਦਰ ਬੈਠੇ ਨੇ। ਕਹਿੰਦਾ ਪੀਟੀ ਮਾਸਟਰ ਸਾਹਿਬ ਇਹਦਾ ਇੱਧਰ ਬੈਠੇ ਨੇ। ਮਤਲਬ ਪੀਏ ਦੀ ਦਹਿਸ਼ਤ ਜ਼ਿਆਦਾ ਹੈ ਜੀ ਤੇ ਮੁੱਖ ਸਕੱਤਰ ਦੀ ਦਹਿਸ਼ਤ ਘੱਟ। ਉਹ ਤਾਂ ਹੈ ਹੀ ਹੈ ਜੀ, ਲੇਕਿਨ ਇਹ ਸਵਾਲ ਫਿਰ ਉੱਥੇ ਆ ਗਿਆ। ਇਹ ਜਥੇਦਾਰ ਗੁਰਚਰਨ ਸਿੰਘ ਟੋੜਾ ਤੋਂ ਐਸੀ ਰਵਾਇਤ ਚੱਲੀ ਕਿ ਜਿਹੜਾ ਪ੍ਰਧਾਨ ਦੀ ਗੱਡੀ 'ਚ ਬਹਿ ਸਕਦਾ, ਜਿਹੜਾ ਉਹਦੇ ਘਰ 'ਚ ਐਂਟਰ ਕਰ ਸਕਦਾ, ਉਹ ਸਕੱਤਰ ਵੀ ਸੋਚਦੇ ਆ ਯਾਰ ਇਹ ਜਾ ਕੇ ਕੰਨ ਭਰੂਗਾ। ਜਿਹੜਾ ਡਰਾਈਵਰ ਇਹ ਪੁੱਛਣ ਦਾ ਅਧਿਕਾਰ ਨਹੀਂ ਸੀ ਰੱਖਦਾ ਕਿ ਪ੍ਰਧਾਨ ਜੀ ਕਿਹੜੇ ਪਾਸੇ ਨੂੰ, ਜਥੇਦਾਰ ਗੁਰਚਰਨ ਸਿੰਘ ਟੋੜਾ ਦੇ ਜਿਹੜੇ ਜਾਣਕਾਰ ਉਹ ਤਸਦੀਕ ਕਰਨਗੇ। ਜਦੋਂ ਜਥੇਦਾਰ ਟੋੜਾ ਆਪਣੇ ਪਿੰਡ ਚੋਂ ਨਿਕਲਦੇ ਸਨ, ਸਭ ਤੋਂ ਪਹਿਲਾਂ ਫਤਿਹਗੜ੍ਹ ਸਾਹਿਬ ਨਮਸਕਾਰ ਕਰਦੇ ਸਨ ਜੀ। ਜਦੋਂ ਗੱਡੀ 'ਚ ਬੈਠਦੇ ਸਨ, ਜਿਹੜਾ ਵੀ ਡਰਾਈਵਰ ਸੀ ਗੱਡੀ ਦਾ, ਉਹ ਅਸ਼ੋਕਲੇ ਗੱਡੀ ਤੋੜ ਦਿੰਦਾ ਸੀ ਜੀ। ਬਾਪੂ ਚੱਲੀਏ ਜੀ, ਤੁਰ ਪਏ ਅੱਗੇ। ਮੁੱਖ ਸੜਕ ਚੜ੍ਹਨ ਤੋਂ ਪਹਿਲਾਂ ਪ੍ਰਧਾਨ ਜੀ ਦਾ ਹੁਕਮ ਹੈ ਸੱਜੇ ਪਾਸੇ ਲੈ ਲਓ, ਲੁਧਿਆਣੇ ਜਾਣਾ। ਲੇਕਿਨ ਇੱਕ ਗੱਲ ਜ਼ਰੂਰ ਜੇ, ਲੇਕਿਨ ਲੁਧਿਆਣੇ ਜਾਣ ਦੀ ਬਜਾਏ ਭਾਵੇਂ ਰਾਹ ਜੀ ਕਹਿਣ ਖੱਬੇ ਹੱਥ ਕਰ ਲਓ। ਮੈਂ ਕਿਹਾ ਪ੍ਰਧਾਨ ਜੀ ਏਡਾ ਵੱਡਾ ਕੱਦ ਸੀ, ਆਪ ਉਹਨਾਂ ਨੇ ਇੱਟਾਂ ਚਾਰ ਨਹੀਂ ਲਾਈਆਂ ਘਰ ਜੀ, ਪਰ ਉਹਨਾਂ ਨੇ ਕੱਦ ਬੜੇ ਬੜੇ ਵੱਡੇ ਲੋਕਾਂ ਦੇ ਬਣਾਤੇ। ਬਿਲਕੁਲ, ਬੰਦੇ ਐਸੇ ਪਾਲੇ ਜੀ ਜਿਨ੍ਹਾਂ ਨੇ ਕੋਈ ਮੁੜ ਕੇ ਕਸਰ ਨਹੀਂ ਛੱਡੀ। ਜੀ, ਕਰਪਸ਼ਨ ਕਰਨੀ, ਅਨੈਤਿਕ ਕੰਮ ਕਰਨੇ ਜਾਂ ਨਾ ਕਰਨਾ ਹੀ ਸਰਦਾਰ ਸਾਹਿਬ ਗੱਲ ਸੁਣ ਲਓ ਸ਼ਰੇਆਮ। ਮੈਂ ਕਿਹਾ ਅਨੈਤਿਕ ਕੰਮ ਤੁਸੀਂ ਆਪ ਨਹੀਂ ਕਰਦੇ, ਤੁਹਾਡੇ ਚੇਲੇ ਚਾਟੜੇ ਕਰਦੇ ਆ, ਜ਼ਿੰਮੇਵਾਰੀ ਕਿਹਦੀ? ਬਿਲਕੁਲ। ਜਥੇਦਾਰ ਗੁਰਚਰਨ ਸਿੰਘ ਟੋੜਾ ਦੇ ਵੇਲੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਚ ਊਣਤਾਈਆਂ ਸ਼ੁਰੂ ਹੋਈਆਂ। ਬਿਲਕੁਲ, ਮੈਂਬਰਾਂ ਨੂੰ ਅਬਲਾਈਜ਼ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਈ, ਗੁਰੂ ਘਰਾਂ ਦੀ ਜ਼ਿੰਮੇਵਾਰੀਆਂ ਦੇਣ ਦੀ ਹੋਈ, ਸਬ ਕਮੇਟੀਆਂ ਦੀ ਹੋਈ। ਸੋ ਮੈਂਬਰਾਂ ਨੂੰ ਆਪਣੇ ਨਾਲ ਆਪਣੇ ਸ਼ੌਰੇ ਥੱਲੇ ਰੱਖਣ ਦੇ ਚੱਕਰ ਸਿੰਘ ਵਰਗੇ ਜੀ ਲੋਕ ਇਸ ਸੰਸਥਾ ਦੇ ਨਾਲ ਜੁੜੇ ਰਹੇ ਨੇ ਜੀ। ਘਰੋਂ ਪੁਤਲੀ ਘਰ ਦੇ ਲਾਗੇ ਉਹਨਾਂ ਦੀ ਜਿਹੜੀ ਕਲੋਨੀ ਹੈ, ਜਿਹਨੂੰ ਗੰਗਾ ਬਿਲਡਿੰਗ ਕਹਿੰਦੇ, ਉੱਥੇ ਉਹਦਾ ਰਹਿਸ਼ ਸੀ ਜੀ। ਸਾਈਕਲ ਤੇ ਆਉਂਦੇ ਸਨ, ਪੈਨ ਦੀ ਸ਼ਾਈ ਵੀ ਘਰੋਂ ਭਰ ਕੇ ਲਿਆਉਂਦੇ ਸਨ। ਉਹ ਜਜ਼ਬਾ ਸੀ ਨਾ ਜੀ। ਦੇਖੋ ਗੱਲ ਤੇ ਫਿਰ ਉੱਥੇ ਆ ਗਈ। ਤੇ ਸਰਦਾਰ ਜੀ ਫਿਰ ਜਿਹੜੇ ਪ੍ਰਧਾਨਾਂ ਨੂੰ ਅਸੀਂ ਚਲੋ ਹੁਣ ਫੌਤ ਹੋ ਗਿਆਂ ਦੀ ਕੀ ਗੱਲਾਂ ਕਰਨੀਆਂ, ਜਿਨ੍ਹਾਂ ਨੂੰ ਗੱਡੀਆਂ ਲੋਕ ਦਾਨ ਚ ਦਿੰਦੇ ਸੀ, ਲਓ ਪ੍ਰਧਾਨ ਜੀ ਆ ਗੱਡੀ ਚੱਲ ਗਈ 2 ਮਹੀਨੇ ਤੁਸੀਂ ਨਵੀਂ ਲੈ ਜਾਓ ਜੀ। ਉਹ ਆਖਰ ਕਿੱਡੇ ਕੁ ਤਗੜੇ ਬਿਜ਼ਨਸਮੈਨ ਜਾਂ ਪ੍ਰਧਾਨ ਸਾਹਿਬ ਨੂੰ ਕੀ ਉਹਨਾਂ ਦਾ ਇੱਥੇ ਤੱਕ ਕਿਸੇ ਨਿਆਣੇ ਨੂੰ ਉਹਦੇ ਕੱਪੜੇ ਨਹੀਂ ਸਵਾ ਕੇ ਦਿੱਤੇ ਜਾਂਦੇ ਲੋਕਾਂ ਕੋ, ਤੇ ਜਿਹੜੇ ਉਹਨਾਂ ਤੇ 10-10 ਜਿਹੜੀ ਨਵੀਂ ਗੱਡੀ ਆਈ ਪ੍ਰਧਾਨ ਸਾਹਿਬ ਨੂੰ ਲੈ ਦਿਓ। ਸੋ ਉਹ ਵੀ ਇੱਕ ਤਰ੍ਹਾਂ ਦਾ ਅਨੈਤਿਕ ਧੰਦਾ ਹੀ ਹੈ। ਸੋ ਮੈਨੂੰ ਇੰਜ ਲੱਗਦਾ ਹੈ। ਲੇਕਿਨ ਸਵਾਲ ਇਹ ਆ, ਇਹਦੇ ਨਾਲ ਇੱਕ ਜਿਹੜੀ ਜਾਂਚ ਕਮਿਸ਼ਨ ਨੇ ਜਿਹੜਾ ਕਿਤੇ ਜ਼ਿਕਰ ਨਹੀਂ ਕੀਤਾ। ਜਾਂਚ ਕਮਿਸ਼ਨ ਕਹਿ ਰਿਹਾ ਕਿ ਜਿਹੜੀ ਆਬਜੈਕਟਿਵ 2016 ਦੇ ਵਿੱਚ ਸੀ ਜੀ, ਜਿਸ ਆਬਜੈਕਟਿਵ ਨੇ ਇਹ ਸਾਰੀ ਘਟਨਾ ਜਿਹੜੀ ਅਗਨਕਾਂਡ ਹੁੰਦਾ ਜੀ, ਉਹਦਾ ਪਛਤਾਪ ਨਹੀਂ ਕੀਤਾ। ਉਹ 18 ਨੂੰ ਕਰਨਾ, ਉਹਦਾ ਪਛਤਾਪ ਨਹੀਂ ਕੀਤਾ 2016 ਦੇ ਵਿੱਚ ਜੀ। ਸਮਾਂ ਜ਼ਿਆਦਾ ਹੋ ਗਿਆ ਜੀ। ਲੇਕਿਨ ਉਸ ਤੋਂ ਬਾਅਦ ਸਵਾਲ ਬਣਦਾ ਕਿ 2017 ਚ ਐਗਜੈਕਟਿਵ ਨਹੀਂ ਬਣੀ, 2018 ਦੀ ਐਗਜੈਕਟਿਵ ਨਹੀਂ ਬਣੀ, 2019 ਦੀ ਨਹੀਂ ਬਣੀ, ਕਿ 2020 ਚ ਨਹੀਂ ਬਣ ਰਹੀ। ਤਾਂ ਹੀ ਉਹਦੇ ਅਗਲੇ ਕਹਿੰਦੇ ਆ ਕਿ ਅਸੀਂ ਹੁਣ ਸਾਰੇ ਹੀ ਚੱਲਾਂਗੇ 18 ਨੂੰ। ਲੇਕਿਨ ਅਗਲੀ ਗੱਲ, 18 ਨੂੰ ਜਾਓ, ਪਛਤਾਪ ਕਰੋ,
ਲੇਕਿਨ ਲੋਕ ਮੰਗਦੇ ਆ ਪ੍ਰਬੰਧ, ਲੋਕ ਮੰਗਦੇ ਆ ਖਾਮੀਆਂ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਕਿੱਥੇ ਚਲੇ ਗਏ, ਉਹ ਕਿੰਨਾ ਘਰਾਂ ਦੇ ਸ਼ਸ਼ੋਭਤ ਹੋ ਗਏ, ਕਿੰਨਾ ਗੁਰੂ ਘਰਾਂ 'ਚ। ਅਸੀਂ ਨਹੀਂ ਹੁਣ ਕਹਿੰਦੇ ਕਿ ਗੁੰਮ ਹੋ ਗਏ, ਚੋਰੀ ਹੋ ਗਏ। ਜੇ ਤੁਸੀਂ ਇੱਛਾ ਨਾਲ ਦਿੱਤੇ ਆ, ਸਵੈ ਇੱਛਾ ਨਾਲ ਸਪੁਰਦਗੀ ਦਿੱਤੀ ਆ, ਹਾਂ, ਕਲੀਅਰ ਕਰੋ। ਅਕਾਲ ਤਖਤ ਸਾਹਿਬ ਦੇ ਸਨਮੁਖ ਹੋ ਕੇ ਪਛਤਾਪ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਕੋਈ ਵੀ ਗੁਨਾਹ ਕਰਕੇ ਤੇ ਉੱਥੇ ਆਰਾਮ ਨਾਲ ਕਹੋਗੇ ਅਸੀਂ ਹੁਣ ਭੁੱਲ ਬਖਸ਼ਾ ਲਈ ਆ। ਉਹ ਤਾਂ ਸਰਦਾਰ ਜੀ, ਪਿਛਲੀਆਂ ਭੁੱਲਾਂ ਦਾਤਾ ਪਿਛਲੀ ਭੁੱਲ ਜਿਹੜੀ ਮਾਫ ਕਰੀ, ਅੱਗੇ ਕਰਨ ਦੀ ਸਮਰੱਥਾ ਬਖਸ਼ੀ, ਉਹ ਮਨਸ਼ਾ ਨਾ ਹੋਵੇ। ਸਰ ਹਰ ਅਰਦਾਸ ਦੇ ਵਿੱਚ ਸਿੱਖ ਇਹੀ ਤਾਂ ਕਹਿੰਦੇ, ਪਾਠੀ ਪਾਠ ਕਰਨ ਵਾਲੇ ਕਹਿੰਦੇ, ਕੀਰਤਨੀਏ ਕਹਿੰਦੇ ਆ ਕਿ ਭੁੱਲਾਂ ਬਖਸ਼ ਦਿਓ ਜੀ। ਸੋ ਮੈਨੂੰ ਇੰਜ ਲੱਗਦਾ ਕਿ ਗੁਰੂ ਮਹਾਰਾਜ ਜੇ ਕਿਧਰੇ ਉਹਨਾਂ ਦੀ ਚੇਤਨਾ, ਜੇ ਇਹ ਵੀ ਸਾਡੀਆਂ ਇੰਨੀਆਂ ਮਸਲਾ ਬਾਹਰ ਆਇਆ ਤੇ ਇਹ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਕੁਦਰਤ ਹੈ, ਉਹਦਾ ਕ੍ਰਿਸ਼ਮਾ ਆ ਕਿ ਉਹ ਜਦੋਂ 266 ਸਰੂਪ ਦਾ ਮਿਲਾਨ ਹੋ ਗਿਆ ਸੀ ਜੀ ਤੇ ਬਾਕੀ ਇੱਕ ਬਚਿਆ ਸੀ, ਆਹ ਤਾਂ ਕਿਤੇ ਵੀ ਐਡਜਸਟ ਹੋ ਜਾਣਾ ਸੀ। ਜਿਹੜੇ ਸਸਪੈਂਸ ਖਾਤੇ 'ਚ ਪਾਏ ਸੀ ਉਹਨਾਂ ਨਾਲ ਐਡਜਸਟ ਹੋ ਜਾਣਾ ਹੈ। ਇਸ ਵੇਲੇ ਸਾਡੀ ਸਭ ਤੋਂ ਅਹਿਮ ਮੰਗ ਜਿਹੜੀ ਹੈ ਕੌਮ ਦੀ, ਸਾਡੀ, ਅਸੀਂ ਤਾਂ ਕੌਣ ਆ, ਕੀ ਸਾਡੀ ਔਕਾਤ ਹੈ, ਮੰਗ ਇਹ ਹੈ ਕਿ ਸ਼੍ਰੋਮਣੀ ਕਮੇਟੀ ਜੇ ਪੁਲਿਸ ਜਾਂਚ ਨਹੀਂ ਦੇ ਰਹੀ, ਸਾਰਾ ਕੌਮ ਸਹਿਮਤ ਹੋ ਸਕਦੀ ਹੈ, ਪਰ ਬਦਲ ਕੀ ਹੈ? ਤੁਸੀਂ ਜਾਂਚ ਕਰਨੀ ਕਿੱਦਾਂ ਹੈ? ਤੁਸੀਂ ਸਰੂਪ ਜਿਹੜੇ ਚਲੇ ਗਏ ਆ ਉਹਨਾਂ ਨੂੰ ਕਿਵੇਂ ਦੱਸੋਗੇ, ਕਿਸ ਢੰਗ ਨਾਲ ਉਹਨਾਂ ਲੋਕਾਂ ਕੋ ਕਰਾਓਗੇ? ਇਹਦੇ ਸੰਬੰਧੀ ਤੁਸੀਂ ਕਿਹੜੇ ਪ੍ਰਾਵਧਾਨ, ਕਿਹੜੇ ਤੌਰ ਤਰੀਕੇ ਅਪਣਾਏ ਆ, ਇਹਦੇ ਸੰਬੰਧੀ ਅਜੇ ਤੱਕ ਕੁਝ ਸਾਹਮਣੇ ਨਹੀਂ ਆਇਆ। ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਕਿ ਤੁਰੰਤ ਪ੍ਰਭਾਵ ਨਾਲ ਇਹ ਬੇਪਰਦ ਕਰੇ ਕਿ ਉਹ ਕਿਵੇਂ ਮਿਸਾਲੀ ਸਜ਼ਾਵਾਂ ਜਾਂ ਮਿਸਾਲੀ ਤੌਰ ਤਰੀਕੇ ਅਪਣਾਉਣਗੇ, ਜਿਹਦੇ ਕਾਰਨ ਲੋਕਾਂ 'ਚ ਯਕੀਨ ਬਣ ਸਕੇ ਕਿ ਅੱਗੇ ਤੋਂ ਐਸੇ ਗੁਨਾਹ ਨਹੀਂ ਹੋਣਗੇ। ਲੇਕਿਨ ਗੁਨਾਹ ਇੰਨੇ ਵੱਡੇ ਆ, ਜੇਕਰ ਇਹੋ ਜਿਹੇ ਪ੍ਰਬੰਧ ਦੇ ਵਿੱਚ ਵੀ ਇਸ ਤਰ੍ਹਾਂ ਹੋ ਰਿਹਾ, ਗੁਰੂ ਮਹਾਰਾਜ ਨਾਲ ਹੋ ਰਿਹਾ ਜਿਹੜਾ ਸਾਡਾ ਆਧਾਰ ਹੈ, ਤੇ ਫਿਰ ਹੋਰ ਬਾਕੀ ਸ਼ੋਬਿਆਂ ਨੂੰ ਵੀ ਬਰੀਕੀ ਨਾਲ ਜਾਂਚ ਕਰਾ ਲੈਣੀ ਚਾਹੀਦੀ ਆ। ਬਾਕੀ ਸਾਰੇ ਜਿੰਨੇ ਵਿਭਾਗ ਆ ਉਹਨਾਂ ਦੀ ਵੀ ਜਾਂਚ ਹੋ ਹੀ ਜਾਣੀ ਚਾਹੀਦੀ ਹੈ। ਇਹ ਵੇਖੋ ਹੁਣ ਸ਼੍ਰੋਮਣੀ ਕਮੇਟੀ ਇਹਦੇ ਤੇ ਕੀ ਸਟੈਪ ਲੈਂਦੀ ਹੈ। ਸਰਦਾਰ ਸਾਹਿਬ ਬਹੁਤ ਮਿਹਰਬਾਨੀ।